ਸੋ ਆਓ ਪਹਿਲਾਂ ਆਪਾਂ ਵਿਚਾਰ ਆਰੰਭ ਕਰੀਏ। ਇਸ ਤੋਂ ਪਹਿਲਾਂ ਆਓ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀਏ ਨਾ ਕਿ ਸੱਚੇ ਪਾਤਸ਼ਾਹ ਨੇ ਜਿੰਨਾ ਸਾਨੂੰ ਇਸ ਭਾਗ ਭਰਿਆ ਸਮਾਂ ਬਖਸ਼ਿਆ, ਆਪਾਂ ਉਸ ਸਮੇਂ ਦੇ ਵਿੱਚ ਬੈਠ ਕਰਕੇ ਗੁਰੂ ਸਾਹਿਬ ਜੀ ਦੇ ਰਸ ਨੂੰ ਮਾਣ ਸਕੇ। ਸੋ ਬੇਨਤੀ ਕਰੀਏ। ਵਾਹਿਗੁਰੂ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਜਦੋਂ ਅਸੀਂ ਸੰਸਾਰ ਮਾਰਗ ਤੇ ਤੁਰਦੇ ਹਾਂ ਤੇ ਜ਼ਿੰਦਗੀ ਨੂੰ ਹਮੇਸ਼ਾ ਜਿਉਣ ਦੇ ਦੋ ਤਰੀਕੇ ਨੇ। One is to live a life like a normal person lives. The other way, ਜਿਹੜਾ ਦੂਜਾ ਮਾਰਗ ਹੈ, ਉਹ ਮਾਰਗ ਇਸ ਤਰ੍ਹਾਂ ਹੋ ਸਕਦਾ ਹੈ ਕਿ ਥੋੜਾ ਔਖਾ ਲੱਗੇ। ਸ਼ੁਰੂਆਤ ਵਿੱਚ ਔਖਾ ਹੈ, ਪਰ ਸਹਿਜੇ ਉਹ ਮਾਰਗ ਸੁਖਾਲਾ ਹੋ ਜਾਂਦਾ ਤੇ ਅੰਤਮ ਮੰਜ਼ਿਲ ਉਸੇ ਮਾਰਗ ਤੇ ਮਿਲਦੀ ਹੈ। ਇਹਨੂੰ ਇਸ ਤਰ੍ਹਾਂ ਜਾਣੀਏ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਕਹਿੰਦੀ ਆ ਕਿ there are two boxes, ਔਰ ਉਹਨਾਂ ਦੇ ਉੱਪਰ ਇੱਕ ਡੱਬੇ ਦੇ ਬਾਹਰ ਲਿਖਿਆ ਹੋਇਆ ਹੈ ਮਿੱਠਾ, ਪਰ ਉਸ ਡੱਬੇ ਦੇ ਬਾਹਰ ਮਿੱਠਾ ਲਿਖਿਆ ਹੋਣ ਕਰਕੇ ਸਾਨੂੰ ਭੁਲੇਖਾ ਲੱਗਦਾ ਹੈ ਕਿ ਇਹ ਸਭ ਸੰਸਾਰ ਜਿਹੜਾ ਇਹ ਸਾਰਾ ਕੁਝ ਚੰਗਾ ਹੈ। Everything is so beautiful that we see around us. ਕੌੜਾ ਭਰਿਆ ਤੇ ਦੂਜੇ ਪਾਸੇ ਇੱਕ ਡੱਬੇ ਦੇ ਬਾਹਰ ਲਿਖਿਆ ਹੋਇਆ ਕੌੜਾ, ਪਰ ਉਹਦੇ ਅੰਦਰ ਸਭ ਤੋਂ ਮਿੱਠੇ ਗੁਣ ਤੱਤ ਭਰੇ ਨੇ। ਪੁਰਾਣੇ ਵੇਲੇ ਨਾ ਸਾਡੇ ਵੱਡੇ ਬਾਬੇ ਦਾਦੇ ਇੱਕ ਸ਼ਬਦ ਵਰਤਿਆ ਕਰਦੇ ਸੀ, ਇਹ ਜਗ ਮਿੱਠਾ ਅੱਗਾ ਕਿਨੇ ਜਿੱਠਾ, ਜਿਹਨੂੰ ਸਾਇੰਸ ਜਾਂ ਆਪਾਂ ਮਾਡਰਨ ਥਿਊਰੀ ਦੇ ਹਿਸਾਬ ਨਾਲ ਕਹੀਏ, ਅੱਜ ਕੱਲ੍ਹ ਦੇ ਜਿਹੜੇ ਯੰਗਸਟਰਸ ਨੇ ਦੇ ਸੇ they use this word called YOLO. YOLO means that you live life only once. ਕਿ ਤੁਸੀਂ ਇਸ ਸੰਸਾਰ ਤੇ ਕੇਵਲ ਇੱਕ ਵਾਰੀ ਆਏ ਆ, ਤੁਹਾਡਾ ਸੰਸਾਰ ਤੇ ਜਿਉਣ ਦਾ ਕੇਵਲ ਮਕਸਦ ਇਸ ਜ਼ਿੰਦਗੀ ਨੂੰ ਹਟਾਉਣਾ, ਆਤਮਿਕ ਸੁੱਖ ਇਹ ਸਭ ਕੁਛ ਨਹੀਂ ਹੁੰਦਾ, ਕੇਵਲ ਪਾਉਣਾ, ਹੰਡਾਉਣਾ, ਖਾਣਾ, ਘੁੰਮਣਾ ਫਿਰਨਾ, ਬਸ ਇਹੀ ਜ਼ਿੰਦਗੀ ਹੈ ਤੇ ਇਸ ਤੋਂ ਅੱਗੇ ਜ਼ਿੰਦਗੀ ਦਾ ਮਨੋਰਥ ਕੋਈ ਨਹੀਂ। ਪਿਆਰਿਓ, ਸੱਚੇ ਪਾਤਸ਼ਾਹ ਬਚਨ ਕਰਦੇ ਕਹਿੰਦੇ, ਦੇਖੋ ਸੰਸਾਰ ਵਿੱਚ ਜਦੋਂ ਵੀ ਕੋਈ ਆਉਂਦਾ ਉਹ ਕੋਈ ਨਾ ਕੋਈ ਮਨੋਰਥ ਲੈ ਕੇ ਜ਼ਰੂਰ ਆਵੇਗਾ। ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਗੁਰਬਾਣੀ ਚ, ਮਹਾਰਾਜ ਕਹਿੰਦੇ, ਆਸਾ ਅੰਦਰ ਜੰਮਿਆ, ਆਸਾ ਰਸ ਕਸ ਖਾਏ, ਆਸਾ ਬੰਧ ਚਲਾਈਐ, ਮੋਹਿ ਮੋਹਿ ਚੋਟਾ ਖਾਏ। ਤੇ everyone is born through expectations. ਹਰ ਕੋਈ ਜ਼ਿੰਦਗੀ ਚ ਕੋਈ ਨਾ ਕੋਈ ਆਸ ਲੈ ਕੇ ਜੀ ਰਿਹਾ, ਔਰ ਇਹ ਆਸ
ਜਦੋਂ ਆਪਾਂ ਨਿੱਕੇ ਸੀਗੇ, when we were very young, we had this hope of living with our parents, ਨਾ ਆਪਾਂ ਚਾਹੁੰਦੇ ਸੀ ਸਾਡੇ ਮਾਤਾ ਪਿਤਾ, ਸਾਡੇ ਸਾਕ ਸੰਬੰਧੀ, ਸਾਡੇ ਦੋਸਤ ਮਿੱਤਰ ਸਾਡੇ ਕੋਲ ਰਹਿਣ। ਜਦੋਂ ਅਸੀਂ ਵੱਡੇ ਹੋਏ, ਵਕਤੀ ਤੌਰ ਤੇ ਸਾਡੀਆਂ ਇੱਛਾਵਾਂ ਬਦਲ ਗਈਆਂ, ਪਰ ਉਹ ਐਕਸਪੈਕਟੇਸ਼ਨਸ ਹਮੇਸ਼ਾ ਸਾਡੇ ਨਾਲ ਰਹਿੰਦੀਆਂ ਨੇ। ਨਿੱਕੇ ਹੁੰਦਿਆਂ ਅਸੀਂ ਚਾਹੁੰਦੇ ਸੀ ਆਹ ਕਾਪੀ, ਇਹ ਕਿਤਾਬ, ਇਹ ਨਵੀਂ ਚੀਜ਼ ਲੈਣੀ, ਆ ਖਿਡੌਣਾ ਲੈਣਾ, but when we get old, ਅਸੀਂ ਬਸ ਉਹ ਐਕਸਪੈਕਟੇਸ਼ਨਸ ਦਾ ਰੂਪ ਵਟਾ ਲੈਂਦੇ ਹਾਂ। ਫਿਰ ਇਹੀ ਹੁੰਦਾ, ਮੇਰੇ ਬੱਚੇ ਪੜ੍ਹ ਲਿਖ ਜਾਣ, ਮੇਰੇ ਬੱਚਿਆਂ ਦੀ ਨੌਕਰੀ ਲੱਗ ਜਾਵੇ, ਅੱਗੋਂ ਪੁੱਤ ਪੋਤਰੇ ਪੜ੍ਹ ਲਿਖ ਜਾਣ, ਉਹਨਾਂ ਦਾ ਵਿਆਹ ਹੋ ਜਾਵੇ, ਵਿਆਹ ਦੇਖ ਲਵਾਂ, ਬਸ ਇਹ ਚੀਜ਼ ਦੇਖ ਲਵਾਂ। ਤੇ ਇਹ ਜਿਹੜੀ ਰੂਪ ਹੈ, ਇਹ ਸਾਰੀ ਉਮਰ ਬੰਦੇ ਦੇ ਨਾਲ ਤੁਰਦਾ। ਐਂਡ ਵੀ ਬੀਨ ਸਰਚਿੰਗ ਫॉर ਹੈਪੀਨੈਸ, ਅਸੀਂ ਸਾਰੀ ਉਮਰ ਕੇਵਲ ਸੁੱਖਾਂ ਦੀ ਭਾਲ ਵਿੱਚ ਤੁਰਦੇ ਫਿਰਦੇ ਰਹਿੰਦੇ ਹਾਂ। ਬਾਬਾ ਫਰੀਦ ਸਾਹਿਬ, ਉਹਨਾਂ ਇੱਕ ਸ਼ਲੋਕ ਬਾਣੀ ਦੇ ਵਿੱਚ ਉਚਾਰਨ ਕੀਤਾ, ਔਰ ਉਹ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਅਸੀਂ ਜ਼ਿੰਦਗੀ ਦੀ ਪੜਚੋਲ ਕਰਨੀ ਹੈ, ਅਸੀਂ ਦੇਖਣਾ ਕਿ ਜ਼ਿੰਦਗੀ ਹੈ ਕੀ, ਤੇ ਇਸ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ, ਸਾਨੂੰ ਬਾਰ-ਬਾਰ ਬਾਬਾ ਫਰੀਦ ਸਾਹਿਬ ਜੀ ਦਾ ਉਹ ਸ਼ਲੋਕ ਪੜ੍ਹਨਾ ਚਾਹੀਦਾ, ਰੋਜ਼ ਪੜ੍ਹਨਾ ਚਾਹੀਦਾ। ਤੇ ਪੁਰਾਣੇ ਬਜ਼ੁਰਗ, ਅੱਜ ਵੀ ਨੌਜਵਾਨ ਜਿਹੜੇ ਗੁਰਸਿੱਖ ਨੇ, ਉਹ ਇਸ ਗੱਲ ਨੂੰ ਚੇਤਾ ਰੱਖਦੇ ਆ ਕਿ ਜਦੋਂ ਵੀ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦਾ ਪਾਠ ਹੁੰਦਾ ਸ੍ਰੀ ਅਖੰਡ ਪਾਠ ਸਾਹਿਬ ਵਿੱਚ, ਉਚੇਚੇ ਤੌਰ ਤੇ ਉਹਨਾਂ ਸ਼ਲੋਕਾਂ ਨੂੰ ਸਰਵਣ ਕਰਨ ਵਾਸਤੇ ਆਉਂਦੇ। ਕਈ ਗੁਰਸਿੱਖ ਨਿਤਨੇਮ ਦੇ ਵਿੱਚ ਵੀ ਬਾਣੀ ਪੜ੍ਹਦੇ। ਉਹਦਾ ਇੱਕ ਕਾਰਨ ਹੈ ਕਿ ਬਾਬਾ ਫਰੀਦ ਸਾਹਿਬ ਜੀ ਨੇ ਜ਼ਿੰਦਗੀ ਦਾ ਤੱਤ ਕੱਢ ਕੇ, ਜਿਹਨੂੰ ਆਪਾਂ ਕਹਿੰਦੇ ਸਮਰੀ ਆਫ ਲਾਈਫ, ਉਹਨੂੰ ਬਿਲਕੁਲ ਸਾਡੇ ਸਾਹਮਣੇ ਇਨਬਿਨ ਕਰਕੇ ਰੱਖ ਦਿੱਤਾ, ਉਹਦੇ ਵਿੱਚ ਕੋਈ ਮਿਲਾਵਟ ਨਹੀਂ ਕੀਤੀ। ਤੇ ਸ਼ਲੋਕ ਮੈਂ ਅਰਜ਼ ਕਰ ਰਿਹਾ ਸੀ, ਉਹ ਸ਼ਲੋਕ ਹੈ, ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਭੀ ਵੱਜੈ ਨਾਲ। ਬੜੇ ਅੰਤਰੀਵ ਅਰਥ ਨੇ ਉਹਨਾਂ ਬਚਨ ਕਿਹਾ, ਕਹਿੰਦੇ ਦੇਖ, just look around yourself and ਇਸ ਸੰਸਾਰ ਨੂੰ ਦੇਖ ਕਿ ਜਿੱਦਾਂ ਦਾ ਸੰਸਾਰ ਤੈਨੂੰ ਚਲਾਉਣਾ ਚਾਹੁੰਦਾ ਹੈ, ਤੂੰ ਉਦਾਂ ਦਾ ਜ਼ਿੰਦਗੀ ਬਤੀਤ ਕਰ ਰਿਹਾ। ਇਹ ਸੰਸਾਰ ਉੱਠ ਕੇ ਕਹਿੰਦੇ ਜਦੋਂ ਬੱਚਾ ਘਰੇ ਪੈਦਾ ਹੁੰਦਾ ਹੈ, ਤੇ ਉਸੇ ਵੇਲੇ ਮਾਪੇ ਸੋਚ ਲੈਂਦੇ ਨੇ ਇਹ ਬੱਚਾ ਇੱਦਾਂ ਪੜ੍ਹੇਗਾ, ਇਹ ਬੱਚਾ ਇਸ ਫਲਾਣੇ ਸਕੂਲ 'ਚ ਐਡਮਿਸ਼ਨ ਲਵੇਗਾ, ਇਹ ਬੱਚਾ ਇਸ ਫਲਾਣੇ ਕਾਲਜ 'ਚ ਐਡਮਿਸ਼ਨ ਲਵੇਗਾ, ਇਹ ਬੱਚਾ ਪੜ੍ਹ ਕੇ ਆਹ ਬਣ ਜਾਵੇਗਾ। ਸਾਰੀ ਉਮਰ ਅਸੀਂ ਉਦਾਂ ਜ਼ਿੰਦਗੀ ਨੂੰ ਦੇਖਦੇ ਹਾਂ ਜਿੱਦਾਂ ਲੋਕ ਸਾਨੂੰ ਦਿਖਾਉਣਾ ਚਾਹੁੰਦੇ ਨੇ। ਬੜੀ ਵਿਚਿੱਤਰ ਜੀ ਗੱਲ ਹੈ। ਸੰਸਾਰ ਨੇ ਸਾਨੂੰ ਸਿਖਾਇਆ ਕਿ ਕੱਪੜੇ ਕਿੱਦਾਂ ਪਾਉਣੇ ਆ, ਸੰਸਾਰ ਨੇ ਸਾਨੂੰ ਸਿਖਾਇਆ ਬੋਲਣਾ ਕਿਵੇਂ ਹੈ, ਭਾਸ਼ਾ ਸੰਸਾਰ ਦੀ ਦੇਣ। ਚਲੋ ਆਪਾਂ ਗੁਰਮੁਖੀ ਦੀ ਗੱਲ ਬਾਅਦ 'ਚ ਕਰਾਂਗੇ ਨਾ, ਕਿ ਗੁਰਮੁਖੀ ਗੁਰੂ ਦੀ ਦੇਣ, ਪਰ ਸੰਸਾਰੀ ਬੋਲੀ ਜਿਹੜੀ ਹੈ, the way we speak is the language of the world। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਜਿੱਦਾਂ ਦੁਨੀਆ ਤੈਨੂੰ ਕਹਿੰਦੀ ਹੈ ਤੂੰ ਉਦਾਂ ਕਰਦਾ। ਜਿੱਦਾਂ ਉਦਾਹਰਨ ਤੌਰ ਤੇ ਸਾਡੇ ਆਸ-ਪਾਸ ਦੇ ਬੱਚੇ ਜਿਹੜੇ ਆ, ਉਹ ਕਨਵੈਂਟ 'ਚ ਪੜ੍ਹਦੇ ਆ, ਤੇ ਅਸੀਂ ਕਹਿੰਦੇ ਅਸੀਂ ਵੀ ਆਪਣੇ ਬੱਚਿਆਂ ਨੂੰ ਕਨਵੈਂਟ 'ਚ ਪੜ੍ਹਾਉਣਾ, ਅਸੀਂ ਵੀ ਆਪਣੇ ਬੱਚਿਆਂ ਨੂੰ ਉਹ ਫਲਾਣੇ ਵਧੀਆ ਸਕੂਲ 'ਚ ਪਾਉਣਾ। ਜਿੱਦਾਂ ਸੰਸਾਰ ਦੀ ਬੋਲੀ ਸੰਸਾਰ ਸਾਨੂੰ ਸਿਖਾਉਂਦਾ, ਅਸੀਂ ਉਦਾਂ ਹੀ ਬੋਲਦੇ। And it's like we have handed over our trumpets to somebody else to play it ਨਾ, ਅਸੀਂ ਆਪਣੀ ਚਾਬੀ ਕਿਸੇ ਹੋਰ ਦੇ ਹੱਥ ਦਿੱਤੀ ਆ ਤੇ ਸਾਨੂੰ ਵਜਾਉਂਦੇ ਆ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਸੋਈ ਜੀਓ ਨਾ ਵੱਜਦਾ ਜਿਸ ਅੱਲੋਹ ਕਰਦਾ ਸਹਾਰ। ਕਹਿੰਦੇ ਉਹ ਨਹੀਂ ਵੱਜਦਾ ਜਿਹੜਾ ਜਿਹਦੀ ਰੱਖਿਆ ਉਹ ਪਰਮਾਤਮਾ ਕਰਦਾ, ਜਿਹਦੀ ਬੋਲੀ ਪਰਮਾਤਮਾ ਦਿੰਦਾ। Now imagine this, ਸਾਡੀ ਸੋਚਣੀ ਵਿੱਚ the way we see the world, ਜਿੱਦਾਂ ਆਪਾਂ ਸੰਸਾਰ ਨੂੰ ਦੇਖਦੇ ਹਾਂ ਤੇ ਜਿੱਦਾਂ ਇੱਕ ਭਗਤ ਸੰਸਾਰ ਨੂੰ ਦੇਖਦਾ, ਇਹਨਾਂ ਦੋਨਾਂ ਵਿੱਚ ਬੜਾ ਅੰਤਰ ਹੈ ਪਿਆਰਿਓ। ਤੇ ਧੰਨ ਗੁਰੂ ਨਾਨਕ ਸਾਹਿਬ ਬਾਰ-ਬਾਰ ਇਹ ਬਚਨ ਕਰਦੇ, ਕਹਿੰਦੇ ਦੇਖੋ, ਜਿਹਦੇ ਹਿਰਦੇ ਵਿੱਚ ਨਾਮ ਹੈ ਨਾ, ਜਿਹਦੇ ਹਿਰਦੇ ਵਿੱਚ ਬੰਦਗੀ ਹੈ, ਜਿਹਦੇ ਹਿਰਦੇ ਵਿੱਚ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਗੁਰੂ ਦੇ ਅਨੁਸਾਰ ਹੈ, ਉਹਦੀ ਜ਼ਿੰਦਗੀ ਬੜੀ ਸੌਖੀ ਹੋ ਜਾਂਦੀ ਹੈ। The life becomes so easy when you see life through the eyes of the Guru। ਜਦੋਂ ਤੁਸੀਂ ਗੁਰੂ ਦੇ ਦੱਸੇ ਮਾਰਗ ਅਨੁਸਾਰ ਜ਼ਿੰਦਗੀ ਨੂੰ ਦੇਖਦੇ, ਜ਼ਿੰਦਗੀ ਬੜੀ ਸੌਖੀ ਹੋ ਜਾਂਦੀ ਹੈ। ਜਿਵੇਂ ਮੈਂ ਆਪ ਜੀ ਨੂੰ ਉਦਾਹਰਨ ਦਿੰਦਾ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਚਰਪਟ ਸਿੱਧ ਪੁੱਛਦਾ, ਉਹ ਪੁੱਛਦਾ, ਕਹਿੰਦੇ ਗੁਰੂ ਨਾਨਕ ਸਾਹਿਬ ਜੀ, ਇਹ ਸੰਸਾਰ ਜਿਹੜਾ ਇਹ ਬੜਾ ਔਖਾ,
ਬੜਾ ਡਿਫਿਕਲਟ ਆ ਇਸ ਸੰਸਾਰ ਤੋਂ ਤਰਨਾ, ਤੇ ਤੁਸੀਂ ਦੱਸੋ ਕੀ ਕਰੀਏ। ਉਹਨਾਂ ਬਚਨ ਕਿਹਾ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਸਿੱਧ ਗੋਸ਼ਟ ਦੀ ਬਾਣੀ। ਉਹਨੇ ਕਿਹਾ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਔਧੂ ਨਾਨਕ, ਦੇਹੁ ਸੱਚਾ ਵਿਚਾਰੋ। ਸਾਨੂੰ ਵਿਚਾਰ ਦੱਸੋ, ਸਾਨੂੰ ਦੱਸੋ ਕਿ ਸੰਸਾਰ ਤੋਂ ਤਰਨਾ ਕਿਵੇਂ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਚਨ ਕਿਹਾ, ਕਹਿੰਦੇ ਚਰਪਟ ਸਿੱਧ, ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਹਿ ਸਾਣੈ। ਕਹਿੰਦੇ ਜਿੱਦਾਂ ਕਿਚੜ ਦੇ ਵਿੱਚ ਕਮਲ ਉੱਗਦਾ ਹੈ, ਕਹਿੰਦੇ ਇਸ ਤਰ੍ਹਾਂ ਦਾ ਗੁਰਸਿੱਖ ਦਾ ਜੀਵਨ ਹੋਵੇ ਤੇ ਸੰਸਾਰ ਤੋਂ ਤਰਨਾ ਬੜਾ ਸੌਖਾ ਹੈ। ਇਟਸ ਵੈਰੀ ਈਜ਼ੀ। ਦੂਜੇ ਪਾਸੇ ਹੁਣ ਦੇਖੋ, ਆਪਾਂ ਜਦੋਂ ਇਹ ਗੱਲ ਕਹਿੰਦੇ ਹਾਂ ਕਿਚੜ 'ਚ ਕਮਲ ਕਿਵੇਂ ਉੱਗਦਾ, ਹੁਣ ਸਾਫ਼ ਪਾਣੀ 'ਚ ਵੀ ਨਹੀਂ ਕਮਲ ਉੱਗ ਸਕਦਾ। ਕਮਲ ਨੂੰ ਉੱਗਣ ਵਾਸਤੇ ਕਿਚੜ ਚਾਹੀਦਾ। ਗੁਰਸਿੱਖ ਨੂੰ ਸੰਸਾਰ ਤੋਂ ਪਾਰ ਲੰਘਣ ਵਾਸਤੇ ਸੰਸਾਰ ਚਾਹੀਦਾ, ਮਾਇਆ ਚਾਹੀਦੀ ਹੈ, ਪਦਾਰਥ ਚਾਹੀਦੇ, ਭੋਜਨ ਚਾਹੀਦਾ, ਇਹ ਸਾਰਾ ਕੁਛ ਚਾਹੀਦਾ। ਪਰ ਉਹ ਗੁਰਸਿੱਖ ਇਹਦਾ ਰੂਪ ਨਹੀਂ ਹੁੰਦਾ। ਇਹ ਬੋਲੀ ਨਹੀਂ ਬੋਲਦਾ ਜੋ ਸੰਸਾਰ ਬੋਲਦਾ। ਸੰਸਾਰ ਪੈਸੇ ਦੇ ਪਿੱਛੇ ਭੱਜ ਰਿਹਾ, ਗੁਰਸਿੱਖ ਨਹੀਂ ਭੱਜਦਾ। ਪੈਸਾ ਗੁਰਸਿੱਖ ਦੇ ਪਿੱਛੇ ਭੱਜਦਾ। ਸੰਸਾਰ ਗੱਡੀਆਂ, ਮਹਿਲ ਮਾੜੀਆਂ, ਪਦਾਰਥਾਂ ਦੇ ਪਿੱਛੇ ਭੱਜਦਾ, ਗੁਰਸਿੱਖ ਨਹੀਂ ਭੱਜਦਾ। ਕਿਉਂ? ਕਿਉਂਕਿ ਉਹ ਰਹਿੰਦਾ ਇਸ ਸਿਸਟਮ ਦੇ ਵਿੱਚ ਹੈ, ਪਰ ਉਹ ਸਿਸਟਮ ਦਾ ਪਾਰਟ ਨਹੀਂ ਬਣਦਾ। ਉਹ ਲਹਿਦਾ ਰਹਿੰਦਾ ਹੈ, ਸਿਸਟਮ ਦੇ ਉੱਪਰ ਤੈਰਦਾ, ਜਿਵੇਂ ਕਿਚੜ ਦੇ ਉੱਪਰ ਕਮਲ ਤੈਰਦਾ। ਕਿਚੜ ਗੰਦਲਾ ਬਹੁਤ ਹੈ, ਸੰਸਾਰ ਗੰਦਲਾ ਬਹੁਤ ਹੈ, ਪਰ ਇਹ ਕਿਚੜ ਦੇ ਛਿੱਟੇ ਉਸ ਕਮਲ ਦੇ ਉੱਪਰ ਪੈਂਦੇ ਨਹੀਂ, ਕਮਲ ਸਾਫ਼ ਸੁਥਰਾ ਰਹਿੰਦਾ। ਦੂਜਾ ਉਦਾਹਰਨ ਗੁਰੂ ਸਾਹਿਬ ਜੀ ਨੇ ਦਿੱਤਾ, ਜੈਸੇ ਜਲ ਮੈਂ ਕਮਲ ਨਿਰਾਲਮ, ਇੱਕ ਉਦਾਹਰਨ। ਫਿਰ ਦੂਜਾ ਉਦਾਹਰਨ, ਮੁਰਗਾਈ ਨਹਿ ਸਾਣੈ। ਕਹਿੰਦੇ ਜਿੱਦਾਂ ਦੇਖੋ ਮੁਰਗਾਬੀ ਹੈ, ਮੁਰਗਾਬੀ ਨਿੱਕਾ ਜਿਹਾ ਪੰਛੀ ਹੈ, ਪਾਣੀ ਦੇ ਵਿੱਚ ਰਹਿੰਦਾ। ਹੁਣ ਉਹ ਮੁਰਗਾਬੀ ਦੇ ਜਿਹੜੇ ਖੰਭ ਨੇ ਉਹ ਥਿੰਦੇ ਹੁੰਦੇ ਨੇ, ਆਇਲੀ ਹੁੰਦੇ ਨੇ। ਹੁਣ ਉਹ ਜਦੋਂ ਮੁਰਗਾਬੀ ਚੁੱਭੀ ਮਾਰਦਾ ਨਾ, ਮਾਰਦੀ ਪਾਣੀ ਦੇ ਵਿੱਚ, ਉਹਦੇ ਖੰਭ ਗਿੱਲੇ ਨਹੀਂ ਹੁੰਦੇ। ਇਸ ਕਰਕੇ ਮੁਰਗਾਬੀ ਉਡਾਰੀ ਮਾਰ ਸਕਦੀ ਹੈ, ਉੱਡ ਸਕਦੀ ਹੈ ਪਾਣੀ 'ਚ। ਨਹੀਂ ਤੇ ਜੇ ਖੰਭ ਗਿੱਲੇ ਹੋ ਜਾਣਗੇ ਤੇ ਉਡਾਰੀ ਨਹੀਂ ਮਾਰ ਸਕੇਗੀ, ਉਹਦੇ ਖੰਭ ਭਾਰੀ ਹੋ ਜਾਣਗੇ। ਇਸ ਕਰਕੇ ਗੁਰੂ ਸਾਹਿਬ ਉਦਾਹਰਨ ਦਿੰਦੇ, ਕਹਿੰਦੇ ਰਹਿਣਾ ਵੀ ਇੱਥੇ ਹੀ ਹੈ, ਪਰ ਆਪਣੇ ਖੰਭਾਂ ਨੂੰ ਗਿੱਲੇ ਵੀ ਨਹੀਂ ਹੋਣ ਦੇਣਾ। You have to remain in this world, but remain detached from this world. ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ, ਰੇ ਮਨ ਐਸੋ ਕਰ ਸੰਨਿਆਸਾ ਬੰਸੇ, ਸਦਨ ਸਭੈ ਕਰ ਸਮਝੋ, ਮਨ ਹੀ ਮਾਹੀ ਉਦਾਸਾ। ਕਹਿੰਦੇ ਏਦਾਂ ਰਹਿਣਾ ਸੰਸਾਰ ਵਿੱਚ, ਜਿੱਦਾਂ ਸੰਸਾਰ ਵਿੱਚ ਰਹਿ ਕੇ ਵੀ ਏਦਾਂ, ਘਰ ਵਿੱਚ ਰਹਿ ਕੇ ਵੀ ਏਦਾਂ ਜਿੱਦਾਂ ਜੰਗਲਾਂ ਦੇ ਵਿੱਚ ਰਹਿੰਦੇ ਆ। We stay in this world, but still we stay detached. ਭਾਈ ਗੁਰਦਾਸ ਜੀ ਨੂੰ ਬਹੁਤ ਪਿਆਰਾ ਉਦਾਹਰਨ ਦਿੰਦੇ। ਭਾਈ ਗੁਰਦਾਸ ਜੀ ਕਹਿੰਦੇ ਦੇਖੋ, ਇੱਕ ਪੁਰਖ ਆਇਆ, ਸਰਾਂ ਦੇ ਵਿੱਚ ਰੁਕਿਆ। ਸਰਾਂ ਆਪਾਂ ਸਮਝਦੇ ਹਾਂ ਨਾ, ਇੱਕ ਲੈਟਸ ਸੇ ਹੋਟਲ। ਸੋ ਉਸ ਹੋਟਲ ਦੇ ਵਿੱਚ ਰੁਕਿਆ, ਤੇ ਉਸ ਹੋਟਲ ਵਿੱਚ ਰਾਤ ਜਦੋਂ ਰੁਕਿਆ ਸੀ, ਤੇ ਉਸੇ ਹੋਟਲ ਦੇ ਵਿੱਚ, ਉਸੇ ਸਰਾਂ ਦੇ ਵਿੱਚ ਇੱਕ ਬਰਾਤ ਵੀ ਆ ਕੇ ਰੁਕੀ। ਹੁਣ ਉਸ ਬਰਾਤ ਨੇ ਰਾਤ ਨੂੰ ਬੜਾ ਰੌਲਾ ਪਾਇਆ। ਰੌਲਾ ਸਮਝਦੇ ਆਪਾਂ, ਬੜੀਆਂ ਆਪਣੇ ਹਿਸਾਬ ਨਾਲ ਚਲੋ ਖੁਸ਼ੀਆਂ ਮਨਾਈਆਂ, ਚੰਗਾ ਗਾਉਣ ਕੀਤਾ, ਨੱਚੇ ਟੱਪੇ, ਬੜਾ ਕੁਛ ਕੀਤਾ ਉਹਨਾਂ ਨੇ। ਤੇ ਜਦੋਂ ਇੰਨਾ ਸਾਰੀ ਰਾਤ ਉਹ ਕਰਦੇ ਰਹੇ, ਤੇ ਜਿਹੜਾ ਉਹ ਪੁਰਖ ਸੀਗਾ ਉਸ ਸਰਾਂ 'ਚ ਰੁਕਿਆ, ਉਹਨੇ ਜਾ ਕੇ ਉਹਨਾਂ ਨਾਲ ਭੰਗੜੇ ਨਹੀਂ ਪਾਏ, ਬਹੁਤਾ ਜ਼ਿਆਦਾ ਖੁਸ਼ ਨਹੀਂ ਹੋਇਆ। ਹਾਂ, he was happy from inside, but he didn't lose in himself. ਸਵੇਰ ਹੋਈ, ਉਹ ਆਪਣੀ ਮੰਜ਼ਿਲ ਤੇ ਜਾਣ ਵਾਸਤੇ ਨਿਕਲਿਆ। ਉਹ ਬਰਾਤ ਵੀ ਆਪਣੇ ਰਸਤੇ ਚਲੀ ਗਈ। ਜਦੋਂ ਥੋੜਾ ਕੁ ਦੂਰ ਪਹੁੰਚਿਆ, ਤੇ ਉੱਥੇ ਕਿਸੇ ਦੀ ਫੌਤ ਹੋਈ ਸੀ, ਕਿਸੇ ਦੀ ਮੌਤ ਹੋਈ, ਕੋਈ ਮਰ ਗਿਆ, ਤੇ ਉਹਨੂੰ ਮੋਢਿਆਂ ਤੇ ਚੁੱਕ ਕੇ ਲਿਜਾ ਰਹੇ ਸੀ। ਜਦੋਂ ਲਿਜਾ ਰਹੇ ਸੀ ਤੇ ਉਹ ਬਹੁਤ ਰੋ ਰਹੀ ਸੀ, ਬੜਾ ਦੁਖੀ ਹੋ ਰਹੇ ਸੀ, ਬੜੇ ਕੀਰਨੇ ਪਾਏ, ਬਹੁਤ ਜ਼ਿਆਦਾ ਰੋਣ ਦੀਆਂ ਆਵਾਜ਼ਾਂ ਆਈਆਂ, ਤੇ ਉਹ ਨਾਲ ਲੰਘ ਰਿਹਾ ਸੀ। ਜਦੋਂ ਯਾਤਰੀ ਉਸ ਦੇਖਿਆ, ਤੇ ਉਹਨਾਂ ਦੇਖਿਆ ਕਿ ਕਹਿੰਦੇ ਨਹੀਂ, ਮੈਂ ਆਪਣੀ ਮੰਜ਼ਿਲ ਵੱਲ ਜਾਣਾ, ਇਹਨਾਂ ਨਾਲ ਰੋ ਕੇ, ਰੁਕ ਕੇ, ਦੁਖੀ ਹੋ ਕੇ ਮੈਂ ਆਪਣਾ ਸਮਾਂ ਨਹੀਂ ਗਵਾ ਸਕਦਾ।
ਹੁਣ ਦੇਖੋ, ਇਹ ਜ਼ਿੰਦਗੀ ਦੇ ਦੋ ਪੜਾਅ ਨੇ, ਸੁੱਖ ਤੇ ਦੁੱਖ। ਆਪਣੇ ਆਪ ਨੂੰ ਕੇਵਲ ਇੱਕ ਯਾਤਰੀ ਸਮਝਾਂਗੇ ਤੇ ਜ਼ਿੰਦਗੀ ਬੜੀ ਸੌਖੀ ਹੋ ਜਾਂਦੀ। ਇਟ ਕਮਸ ਵੈਰੀ ਈਜ਼ੀ when we believe ourselves to be the traveler। ਇਹ ਮੰਜ਼ਿਲ ਨਹੀਂ ਸੰਸਾਰ। ਸੰਸਾਰ ਕੇਵਲ ਇੱਕ ਸਰਾਂ ਹੈ। It's like a hotel। We're gonna stay here for some time and we're gonna leave for our destination। ਆਪਾਂ ਕੁਝ ਸਮੇਂ ਵਾਸਤੇ ਇੱਥੇ ਰੁਕਾਂਗੇ, ਫਿਰ ਅੱਗੇ ਤੁਰ ਜਾਣਾ। ਜਦੋਂ ਤੱਕ ਆਪਾਂ ਸੰਸਾਰ ਨੂੰ ਮੰਜ਼ਿਲ ਜਾਣਾਂਗੇ, ਡੈਸਟੀਨੇਸ਼ਨ ਜਾਣਾਂਗੇ, ਉਦੋਂ ਤੱਕ ਆਪਾਂ ਉਸ ਪਰਮ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਉਹ ਪਰਮ ਮੰਜ਼ਿਲ ਪਰਮਾਤਮਾ ਦੀ ਮਿਲਾਪ ਹੈ। ਪਿਆਰਿਓ, ਸੱਚੀ ਪਾਤਸ਼ਾਹ ਬਾਣੀ 'ਚ ਕਹਿੰਦੇ ਕਿਆ ਤੂੰ ਰਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਕਹਿੰਦੇ ਤੈਨੂੰ ਕੀ ਲੱਗਦਾ ਹੈ ਸੰਸਾਰ ਕਿਹੋ ਜਿਹਾ? ਕਹਿੰਦੇ ਇਸ ਸੰਸਾਰ ਨੂੰ ਇਸ ਤਰ੍ਹਾਂ ਦੇਖ ਜਿੱਦਾਂ ਇੱਕ ਸੋਹਣਾ ਜਿਹਾ ਬਗੀਚਾ ਹੈ। ਤੂੰ ਉਸ ਬਗੀਚੇ ਦੇ ਵਿੱਚ ਆ ਕੇ ਥੋੜਾ ਚਿਰ ਰੁਕਿਆ, ਰਾਤ ਵਿਸ਼ਰਾਮ ਕੀਤਾ, ਪਰ ਵਿਸ਼ਰਾਮ ਕਰਨ ਨਾਲ ਉਹ ਬਗੀਚਾ ਤੇਰਾ ਨਹੀਂ ਹੋ ਜਾਂਦਾ। ਕਿਆ ਤੂੰ ਰਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਜੈਸੇ ਰਹਿਣ ਪਰੋਹਣੇ, ਉੱਠ ਚੱਲ ਸਹਿ ਪ੍ਰਭਾਤ। ਪ੍ਰਾਹੁਣੇ ਦਾ ਅਰਥ ਹੁੰਦਾ ਗੈਸਟ। ਉਹਨਾਂ ਕਿਹਾ ਜਿੱਦਾਂ ਯਾਤਰੀ, ਜਿੱਦਾਂ ਕੋਈ ਗੈਸਟ ਆਂਦਾ, ਕਿ ਏਦਾਂ ਤੂੰ ਆਇਆ, ਰਾਤੀ ਰੁਕਿਆ ਉਸ ਬਗੀਚੇ ਵਿੱਚ, ਤੇ ਕੱਲ ਸਵੇਰੇ ਉੱਠ ਕੇ ਤੂੰ ਆਪਣੀ ਮੰਜ਼ਿਲ ਵੱਲ ਚੱਲੇ ਪਾਉਣੇ। ਹੁਣ ਦੋ ਤਰੀਕੇ ਨੇ। ਪਹਿਲਾ ਤਰੀਕਾ ਹੈ ਕਿ ਜਿਹੜਾ ਮਨੁੱਖ ਇਹ ਚੀਜ਼ ਸੋਚ ਲਵੇ ਕਿ ਇਹੀ ਮੰਜ਼ਿਲ ਹੈ। ਕੀ ਹੁੰਦਾ ਉਹਦੇ ਨਾਲ? ਉਹ ਹੁੰਦਾ ਜਿਹੜਾ ਖਲੋਤੇ ਹੋਏ ਪਾਣੀ ਨਾਲ ਹੁੰਦਾ। ਤੁਸੀਂ ਕਦੇ ਦੇਖੋ, ਆਪਾਂ ਪਿੰਡਾਂ ਦੇ ਵਿੱਚ ਕਈ ਵਾਰੀ ਜਾਂਦੇ ਹਾਂ ਤੇ ਨਿੱਕੇ ਨਿੱਕੇ ਤਲਾਬ ਹੁੰਦੇ ਨੇ, ਉਹਨਾਂ ਵਿੱਚ ਪਾਣੀ ਖੜ ਜਾਂਦਾ, ਪਾਣੀ ਰੁਕ ਜਾਂਦਾ ਉੱਥੇ, ਪਾਣੀ ਅੱਗੇ ਮੂਵ ਨਹੀਂ ਕਰਦਾ, ਫਲੋਇੰਗ ਵਾਟਰ ਨਹੀਂ ਹੁੰਦਾ ਉਹ, ਜਿਹਨੂੰ ਆਪਾਂ ਸਟੈਗਨੈਂਟ ਵਾਟਰ ਕਹਿੰਦੇ ਹਾਂ। ਤੇ ਉਸ ਪਾਣੀ ਦੇ ਵਿੱਚੋਂ ਬੜੀ ਬਦਬੂ ਆਉਂਦੀ ਹੈ। ਪਰ ਤੁਸੀਂ ਕਦੇ ਜਾ ਕੇ ਦਰਿਆਵਾਂ ਨੂੰ ਦੇਖਿਆ ਕਰੋ ਜਿਨ੍ਹਾਂ ਦਾ ਪਾਣੀ ਤੁਰਦਾ ਹੈ, ਮੂਵ ਕਰਦਾ ਹੈ। ਉਹਨਾਂ ਦਰਿਆਵਾਂ ਵਿੱਚੋਂ ਕਦੇ ਬਦਬੂ ਨਹੀਂ ਆਉਂਦੀ। ਜਦੋਂ ਸਾਡਾ ਸਪਿਰਿਚੁਅਲ ਜੀਵਨ ਖੜ ਜਾਂਦਾ ਨਾ, ਐਂਡ ਉਹ ਸਟੈਗਨੇਸ਼ਨ ਆ ਜਾਂਦੀ ਹੈ, ਬਸ ਉਸੇ ਸਮੇਂ ਸਮਝ ਲੈਣਾ ਚਾਹੀਦਾ ਸਾਨੂੰ ਕਿ ਆਪਾਂ ਜ਼ਿੰਦਗੀ 'ਚ ਕਿਤੇ ਅੱਗੇ ਮੂਵ ਨਹੀਂ ਕਰ ਰਹੇ। ਆਪਾਂ ਉੱਥੇ ਹੀ ਖਲੋਤੇ ਹਾਂ, ਉੱਥੇ ਹੀ ਖੜੇ ਹਾਂ। ਤੇ ਇਹ ਚੀਜ਼ ਸਮਝਣਾ ਬੜਾ ਜ਼ਰੂਰੀ ਪਿਆਰਿਓ ਕਿ ਜ਼ਿੰਦਗੀ ਉਸ ਪਿਆਰੀ ਨੂੰ ਮਿਲਣ ਵਾਸਤੇ ਮਿਲੀ ਹੈ। ਜੇਕਰ ਨਹੀਂ ਮਿਲੇ, ਜੇਕਰ ਸਭ ਕੁਝ ਕੀਤਾ, we did everything that we could ever do, even though that was required or not, ਕੀ ਪਤਾ ਉਹਦੀ ਲੋੜ ਸੀ ਜਾਂ ਨਹੀਂ ਸੀ, ਉਹ ਕੰਮ ਤਾਂ ਵੀ ਅਸੀਂ ਕੀਤਾ। ਪਰ ਜਿਹੜੀ ਕੰਮ ਦੀ ਲੋੜ ਸੀ, ਜੇ ਉਹ ਨਾ ਕੀਤਾ, ਫਿਰ ਜਦੋਂ ਅਸੀਂ ਆਪਣੇ ਘਰ ਵਾਪਸ ਜਾਵਾਂਗੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਜਦੋਂ ਅਸੀਂ ਨਿਜ ਘਰ ਪਹੁੰਚਾਂਗੇ ਤੇ ਸਾਨੂੰ ਪੁੱਛਿਆ ਜਾਵੇਗਾ ਕਿ ਜਦੋਂ ਤੁਸੀਂ ਯਾਤਰਾ ਤੇ ਸੀ, when you were on a journey, ਤੁਸੀਂ ਕੰਮ ਕੀਤਾ ਜਿਹੜਾ ਕੰਮ ਕਰਨ ਵਾਸਤੇ ਗਏ ਸੀ? ਫਿਰ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਏਗਾ। ਕਿਉਂ? ਕਿਉਂਕਿ ਸਾਰਾ ਕੁਝ ਕੀਤਾ, ਜੋ ਨਹੀਂ ਵੀ ਕਰਨਾ ਸੀ ਉਹ ਵੀ ਕੀਤਾ, ਪਰ ਜਿਹੜਾ ਕੰਮ ਕਰਨ ਆਏ ਸੀ ਉਹ ਛੱਡ ਕੇ ਸਾਰਾ ਕੁਝ। ਮਹਾਰਾਜ ਨੇ ਬਚਨ ਕਿਹਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਸੱਚੇ ਪਾਤਸ਼ਾਹ ਕਹਿੰਦੇ, ਦੋਏ ਦੀਵੇ 14 ਹੱਠ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਜਿੰਨੇ ਲੋਕ ਅਸੀਂ ਸੰਸਾਰ 'ਚ ਦੇਖਦੇ ਹਾਂ, ਬੰਦੇ, ਇਨਸਾਨ, ਜਾਨਵਰ, ਪੰਛੀ, ਸਾਰੇ ਪਰ ਕਹਿੰਦੇ they are all travelers, they are all merchants। ਕਹਿੰਦੇ ਉਹ ਵਪਾਰੀ ਨੇ, ਵਪਾਰ ਕਰਨ ਵਾਸਤੇ ਆਏ ਇੱਥੇ, ਕੁਝ ਲੈਣਾ ਕੁਝ ਦੇਣਾ, ਇਹੀ ਸੰਸਾਰ ਦਾ ਨਿਯਮ ਹੈ। ਤੇ ਜਿਨ੍ਹਾਂ ਲੈਣਾ ਉਹਨਾਂ ਤੋਂ ਲੈ ਲਈਏ, ਜਿਨ੍ਹਾਂ ਨੂੰ ਦੇਣਾ ਉਹਨਾਂ ਨੂੰ ਦੇ ਦਈਏ, ਬਸ ਇਹੀ ਕਰਦੇ ਰਹਿੰਦੇ ਸਾਰੀ ਉਮਰ। ਪਰ ਕਹਿੰਦੀ ਖੁੱਲੇ ਹੱਟ ਹੁਆ ਵਪਾਰ। ਤੁਸੀਂ ਦੇਖੋ ਇਸ ਸੰਸਾਰ ਦੇ ਵਿੱਚ ਸ਼ਾਪਸ ਨੇ ਬੜੀਆਂ ਸਾਰੀਆਂ। ਮਸਲਾ ਇਹ ਹੈ ਕਿ ਅਸੀਂ ਖਰੀਦਦੇ ਕੀ ਹਾਂ, ਕੀ ਖਰੀਦ ਕੇ ਲੈ ਚੱਲਦੇ ਹਾਂ? ਅਸੀਂ ਖਰੀਦਦੇ ਹਾਂ ਔਗਣ, ਅਸੀਂ ਨਿੰਦਿਆ ਖਰੀਦਦੇ ਹਾਂ, ਅਸੀਂ ਝੂਠ ਫਰੇਬ ਖਰੀਦਦੇ ਹਾਂ, ਅਸੀਂ ਲੋਕਾਂ ਦੇ ਬੋਲੇ ਹੋਏ ਕਬੋਲ ਆਪਣੇ ਕੋਲ ਰੱਖ ਲੈਂਦੇ ਹਾਂ ਤੇ ਆਪਣੇ ਬੋਲੇ ਹੋਏ ਫਿੱਕੇ ਬੋਲ ਆਪਣੇ ਅੰਦਰ ਸਮਾ ਲੈਂਦੇ ਹਾਂ। ਬਸ ਇਹੀ ਸਾਰੀ ਦਿਨ ਅਸੀਂ ਇਕੱਠਾ ਕਰੀ ਜਾਂਦੇ ਹਾਂ, ਖੂਰ ਫਿਲਥ।
ਸੱਚੇ ਪਾਤਸ਼ਾਹ ਕਹਿੰਦੇ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਜਿਹੜੀ ਗੁਣਾ ਦਾ ਖਜ਼ਾਨਾ ਨਾਲ ਲੈ ਕੇ ਆਏ ਸੀਗੇ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ, ਉਹ ਸਭ ਛੱਡ ਦਿੱਤਾ ਤੇ ਜਿਹੜਾ ਔਗਣ ਕੀਤੇ ਇਕੱਠੇ ਇਹਨਾਂ ਔਗਣਾਂ ਦੀ ਗੰਠੜੀ ਸਿਰ ਤੇ ਭਾਰ ਚੁੱਕ ਕੇ ਫਿਰ ਤੁਰ ਪਏ। ਇਹੀ ਸੰਸਾਰ ਵਿੱਚ ਅਸੀਂ ਕਰ ਰਹੇ ਹਾਂ ਸਾਰੀ ਉਮਰ, ਪਤਾ ਨਹੀਂ ਕਿੰਨੇ ਜਨਮਾਂ ਤੋਂ ਕੀਤਾ। ਪਰ ਹੁਣ ਕੀ ਕਰੀਏ? what shall we do now, ਹੈ ਨਾ? ਹੁਣ ਤੇ ਬੜਾ ਔਖਾ ਹੋ ਗਿਆ ਹੁਣ ਤੇ। ਪਰ ਸੱਚੇ ਪਾਤਸ਼ਾਹ ਕਹਿੰਦੇ ਦੇਖ, ਆਪਣੇ ਜੀਵਨ ਵਿੱਚ ਕਦੇ ਆਸ ਤੋਂ ਨਾ ਮੁਨਕਰ ਹੋਏ। Don't think that nothing can be done now, ਹੁਣ ਕੁਛ ਨਹੀਂ ਹੋ ਸਕਦਾ, ਨਹੀਂ। ਗੁਰੂ ਸਾਹਿਬ ਕਹਿੰਦੇ ਅੱਜ ਹੂੰ ਸਮਝ ਕੱਚ ਬਿਗੜਿਓ ਨਾ। Say realize this now, ਹੁਣ ਸਮਝ ਲੈ ਕੀ ਕਹਿੰਦੇ ਕਿ ਕੁਛ ਨਹੀਂ ਵਿਗੜਿਆ। ਅੱਜ ਹੂੰ ਸਮਝ ਕਛ ਬਿਗੜਿਓ ਨਾ ਹਨ, ਭੱਜ ਲੈ ਨਾਮ ਮੁਰਾਰ। ਕਹਿੰਦੇ ਹੁਣ ਵੀ ਸਮਾਂ ਆਇਆ, ਹੁਣ ਵੀ ਜਪ ਲਾ। ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ, ਤੁਹੇ ਪੁਕਾਰ। Cry out loud, ਉਹਨੂੰ ਪੁਕਾਰ, ਉਸ ਪਿਆਰੇ ਨੂੰ ਪੁਕਾਰ, ਪਰਮਾਤਮਾ ਨੂੰ। ਜਿਹਨੂੰ ਪੁਕਾਰੇਗਾ ਉਹ ਜ਼ਰੂਰ ਆਵੇਗਾ। ਇਸ ਭਰੋਸੇ ਦੇ ਨਾਲ ਜਦੋਂ ਗੁਰਸਿੱਖ ਜ਼ਿੰਦਗੀ 'ਚ ਕੋਈ ਵੀ ਕਰਮ ਕਰਦਾ ਨਾ ਪਿਆਰਿਓ, ਤੇ ਉਹਦੀ ਜ਼ਿੰਦਗੀ ਦੇ ਕੀਤੇ ਕਰਮ ਬੜੇ ਸੌਖੇ ਹੋ ਜਾਂਦੇ। ਇੱਕ ਪਾਸੇ ਸੰਸਾਰ ਬੜਾ ਔਖਾ ਹੈ, ਦੂਜੇ ਪਾਸੇ ਗੁਰੂ ਸਾਹਿਬ ਕਹਿੰਦੇ ਸਾਗਰ ਤਰੀਐ ਬਚ ਅਰ ਖੋਜ। ਜਿੱਦਾਂ ਆਪਾਂ ਦੇਖਦੇ ਹਾਂ ਗਾਵਾਂ ਹੁੰਦੀਆਂ ਜਾਂ ਮੱਝਾਂ ਹੁੰਦੀਆਂ, ਉਸ ਗਾਂ ਦਾ ਬਛੜਾ ਹੈ ਛੋਟਾ ਜਿਹਾ, ਉਸ ਬਛੜੇ ਦੇ ਪੈਰ ਬੜੇ ਛੋਟੇ ਛੋਟੇ ਹੁੰਦੇ ਨੇ, ਉਹਨੂੰ ਆਪਾਂ ਖੁਰ ਕਹਿੰਦੇ ਆ ਨਾ ਪੈਰਾਂ ਨੂੰ। ਉਹ ਜਿਹੜੇ ਖੁਰ ਨੇ, ਉਹ ਜਦੋਂ ਮਿੱਟੀ ਦੇ ਵਿੱਚ ਖੁਰ ਉਹਦਾ ਪੈਰ ਦਬਦਾ ਤੇ ਉੱਥੇ ਨਿੱਕਾ ਜਿਹਾ ਟੋਆ ਹੋ ਜਾਂਦਾ। ਟੋਆ ਜਾਣਦੇ ਆਪਾਂ, ਨਿੱਕਾ ਜਿਹਾ ਗੱਡਾ ਹੋ ਜਾਂਦਾ, ਉਸ ਦੇ ਵਿੱਚ ਜਦੋਂ ਪਾਣੀ ਮੀਂਹ ਆਉਂਦਾ, ਪਾਣੀ ਭਰ ਜਾਂਦਾ, ਨਿੱਕਾ ਜਿਹਾ ਟੋਆ, ਏਦਾਂ ਲੱਗਦਾ ਜਿੱਦਾਂ ਛੋਟਾ ਜਿਹਾ ਸਮੁੰਦਰ ਹੈ। ਹੁਣ ਨਿੱਕੀ ਜਿਹੀ ਕੀੜੀ ਦੇ ਵਾਸਤੇ ਉਹ ਸਮੁੰਦਰ ਹੈ, ਸਮੁੰਦਰ ਹੈ ਉਹਦੇ ਵਾਸਤੇ। ਪਰ ਜਿਹੜਾ ਆਮ ਇਨਸਾਨ ਹੈ ਉਸ ਨਿੱਕੇ ਜਿਹੇ ਟੋਏ ਤੋਂ ਏਦਾਂ ਹੀ ਲੰਘ ਜਾਂਦਾ, ਉਹਨੂੰ ਪਤਾ ਵੀ ਨਹੀਂ ਲੱਗਦਾ। ਸੱਚੇ ਪਾਤਸ਼ਾਹ ਬਚਨ ਕਰਦੇ, ਕਹਿੰਦੇ ਦੇਖੋ ਸੰਸਾਰ ਸਾਗਰ ਗੁਰਸਿੱਖਾਂ ਵਾਸਤੇ ਸੱਚੇ ਪਾਤਸ਼ਾਹ ਇੰਨਾ ਛੋਟਾ ਜਿਹਾ ਕਰ ਦਿੰਦੇ ਆ। ਕਿਉਂ? ਕਿਉਂਕਿ ਉਹ ਸੁਖਾਲਾ ਹੈ ਨਾ, ਉਹਨਾਂ ਨਾਮ ਜਪਿਆ, ਉਹਨਾਂ ਬੰਦਗੀ ਕੀਤੀ, ਉਹਨਾਂ ਸੇਵਾ ਸਿਮਰਨ ਕੀਤਾ। ਐਂਡ ਜਦੋਂ ਇਹ ਗੁਰਸਿੱਖ ਦੇ ਹਿਰਦੇ ਵਿੱਚ ਸਾਰੇ ਗੁਣ ਦ੍ਰਿੜ ਹੋ ਜਾਂਦੇ ਨੇ ਨਾ, ਫਿਰ ਜ਼ਿੰਦਗੀ ਬੜੀ ਸੌਖੀ ਸੁਖੈਨ ਹੋ ਜਾਂਦੀ ਹੈ। ਪ੍ਰੋਬਲਮ ਕੀ ਹੈ ਸਾਡੇ ਸਾਹਮਣੇ? ਅਸੀਂ ਜ਼ਿੰਦਗੀ ਨੂੰ ਬੜਾ ਕੰਪਲੈਕਸ ਕਰ ਦਿੱਤਾ, ਬਹੁਤ ਕੰਪਲੈਕਸ ਕਰ ਦਿੱਤਾ। ਸਾਰੀ ਉਮਰ ਪੈਸਿਆਂ ਦੇ ਪਿੱਛੇ ਭੱਜਣ ਵਾਲਿਓ, ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਪੈਸਿਆਂ ਦੇ ਨਾਲ ਪਰਮਾਤਮਾ ਨੂੰ ਕਦੇ ਤੋਲਿਆ ਮੋਲਿਆ ਨਹੀਂ ਜਾ ਸਕਦਾ, ਲਿਆ ਜਾ ਸਕਦਾ ਨਹੀਂ। ਉਹਦਾ ਨਾਮ ਕੋਈ ਖਰੀਦ ਸਕਦਾ? ਕੀ ਕੋਈ ਕਹਿ ਸਕਦਾ ਕਿ ਮੈਂ ਤੁਹਾਨੂੰ ਸੱਚਖੰਡ ਦੀ ਟਿਕਟ ਦਿੰਦਾ, ਜਾਓ ਸੱਚਖੰਡ ਦੇ ਵਿੱਚ ਤੁਹਾਡੀ ਸੀਟ ਰਿਜ਼ਰਵ ਹੈ, ਇੰਨੇ ਪੈਸੇ ਜਮ੍ਹਾਂ ਕਰਾ ਦਿਓ? ਨਹੀਂ। ਇੱਕ ਗੜਸ਼ੰਕਰ ਦੇ ਵਿੱਚ ਨਾ ਪਿਆਰਿਓ, ਇੱਕ ਸਾਧੂ ਸੀ ਭੇਖੀ। ਇਹ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਦੀ ਸਾਖੀ ਮੈਂ ਆਪ ਜੀ ਨੂੰ ਸਰਵਣ ਕਰਾ ਰਿਹਾ। ਗੜਸ਼ੰਕਰ ਦੇ ਵਿੱਚ ਇੱਕ ਸਾਧੂ ਸੀ, ਉਹਨੇ ਐਲਾਨ ਕੀਤਾ ਪਿੰਡਾਂ ਵਾਲਿਆਂ ਨੂੰ, ਗੜਸ਼ੰਕਰ ਦੇ ਨੂੰ, ਕਿ ਮੈਨੂੰ ਰਾਤੀ ਸ਼ਿਵ ਜੀ ਦੇ ਦਰਸ਼ਨ ਹੋਏ ਤੇ ਕਹਿੰਦੇ ਮੈਂ ਸੱਚਖੰਡ ਦੀ ਟਿਕਟ ਤੁਹਾਨੂੰ ਦਿਆਂਗਾ, ਜਿਹੜਾ ਕੋਈ ਮੈਨੂੰ ਆ ਕੇ ਮੱਥਾ ਟੇਕੇਗਾ ਉਹਨੂੰ ਮੈਂ ਸੱਚਖੰਡ ਦੀ ਟਿਕਟ ਦਿਆਂਗਾ। ਤੇ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ। ਜਦੋਂ ਇਕੱਠੇ ਹੋਏ, ਉਹਨਾਂ ਜਾ ਕੇ ਮੱਥੇ ਟੇਕੇ ਤੇ ਉਹ ਨਾ ਲਿਖ ਕੇ ਪਰਚੀ ਤੇ ਦੇਈ ਜਾਵੇ, ਕਹਿੰਦੇ ਤੈਨੂੰ ਆਹ ਟਿਕਟ, ਤੈਨੂੰ ਆਹ ਟਿਕਟ, ਤੈਨੂੰ ਆਹ ਟਿਕਟ। ਸਾਰਿਆਂ ਨੂੰ ਟਿਕਟਾਂ ਬਣਦੀਆਂ, ਜਿੱਦਾਂ ਆਪਾਂ ਨੋਰਮਲੀ ਕਹਿੰਦੇ ਫਸਟ AC, ਸੈਕਿੰਡ AC, ਸਲੀਪਰ ਕਲਾਸ, ਏਦਾਂ ਨਾ ਉਹਨੇ ਸਾਰੀਆਂ ਟਿਕਟਾਂ ਬਣਦੀਆਂ। ਪਿੰਡ ਦੇ ਸਾਰੇ ਲੋਕ ਇਕੱਠੇ ਹੋਏ, ਪਰ ਇੱਕ ਪੁਰਖ ਨਹੀਂ ਆਏ। ਉਹਦਾ ਨਾਂ ਸੀ ਭਾਈ ਤੀਰਥਾ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਹੈ, ਅੰਦਰ ਦੀ ਦ੍ਰਿੜਤਾ ਬੜੀ ਹੈ। ਹੁਣ ਦੇਖੋ, ਮੈਂ ਆਪ ਜੀ ਨੂੰ ਬਚਨ ਇਹ ਕਰ ਰਿਹਾ ਕਿ ਇੱਕ ਪਾਸੇ ਦੁਨੀਆ ਹੈ ਸਾਰੀ, ਸਾਰਾ ਪਿੰਡ ਗਿਆ, ਪਰ ਉਸ ਗੁਰਸਿੱਖ ਨੂੰ ਦੇਖੋ ਜਿਹੜਾ ਗਿਆ ਨਹੀਂ, ਕਿਉਂਕਿ ਉਹਦੇ ਅੰਦਰ ਦੀ ਦ੍ਰਿੜਤਾ ਹੈ। ਹੁਣ ਉਸ ਭੇਖੀ ਸਾਧੂ ਨੇ, ਉਹਨੇ ਕਿਹਾ, ਕਹਿੰਦੇ ਜਾਓ ਜਾ ਕੇ ਭਾਈ ਤੀਰਥੇ ਨੂੰ ਬੁਲਾ ਕੇ ਲਿਆਓ। ਸਿੱਖ ਗਏ, ਮਾਫ ਕਰਿਓ, ਪਿੰਡ ਦੇ ਲੋਕ ਗਏ ਤੇ ਭਾਈ ਤੀਰਥੇ ਨੇ ਕਿਹਾ, ਕਹਿੰਦੇ ਅਸੀਂ ਨਹੀਂ ਜਾਣਾ, ਵਾਪਸ ਆ ਗਏ।
ਫੇਰ ਭੇਜਿਆ, ਨਹੀਂ ਆਏ। ਤੀਸਰੀ ਵਾਰੀ ਉਹ ਕਹਿੰਦਾ ਜੇ ਅੱਜ ਭਾਈ ਤੀਰਥਾ ਨਾ ਆਇਆ, ਕਹਿੰਦੇ ਅੱਜ ਇਹਨਾਂ ਨੇ ਬਗਾਵਤ ਕੀਤੀ, ਕੱਲ ਨੂੰ ਕੋਈ ਹੋਰ ਕਰੇਗਾ। ਕਹਿੰਦੇ ਨਹੀਂ, ਕਹਿੰਦੇ ਅਸੀਂ ਚੱਲਦੇ ਹਾਂ। ਉਹ ਭੇਖੀ ਸਾਧੂ ਭਾਈ ਤੀਰਥੇ ਦੇ ਘਰ ਦੇ ਬਾਹਰ, ਝੋਪੜੀ ਦੇ ਬਾਹਰ ਪਹੁੰਚ ਗਏ। ਜਦੋਂ ਪਹੁੰਚੇ ਨਾ, ਪਹਿਲਾਂ ਬੜੇ ਹੰਕਾਰ ਦੇ ਵਿੱਚ ਉਹਨੇ ਕਿਹਾ, ਕਹਿੰਦੇ ਬਾਹਰ ਆਓ, ਮੇਰੇ ਦਰਸ਼ਨ ਕਰੋ, ਤੁਹਾਨੂੰ ਸੱਚਖੰਡ ਦੀ ਟਿਕਟ ਦੇਵਾਂਗੇ, ਕਹਿੰਦੇ ਤੁਹਾਨੂੰ ਪ੍ਰਵਾਨ ਕਰ ਲਾਂਗੇ, ਤੁਸੀਂ ਅਮਰ ਹੋ ਜਾਓਗੇ, ਮੁਕਤੀ ਦੇਵਾਂਗੇ। ਤੇ ਭਾਈ ਤੀਰਥੇ ਨੇ ਇੱਕੋ ਗੱਲ ਕਹੀ, ਕਹਿੰਦੇ ਤੇਰੇ ਦਰਸ਼ਨ, ਕਹਿੰਦੇ ਜੇ ਮੈਂ ਤੇਰੇ ਦਰਸ਼ਨ ਕਰ ਲਈ, ਜਿੰਨਾ ਅੰਦਰ ਦਾ ਟਿਕਾਅ ਬਣਿਆ ਉਹ ਵੀ ਖਿੰਡ ਜਾਏਗਾ। ਕਹਿੰਦੇ ਨਹੀਂ, ਤੇਰੇ ਵਰਗਿਆਂ ਦੇ ਦਰਸ਼ਨ ਨਹੀਂ ਕਰਨੇ। ਉਹਨਾਂ ਨੇ ਆਪਣਾ ਘਰ ਦਾ ਬੂਹਾ ਬੰਦ ਕਰ ਲਿਆ, ਖਿੜਕੀਆਂ ਬੰਦ ਕਰ ਲਈਆਂ। ਕਹਿੰਦੇ ਨਾ ਤੇਰੇ ਮੁਖ ਦੇ ਦੀਦਾਰ ਨਾ ਮੈਨੂੰ ਕਦੇ ਹੋ ਜਾਣ, ਕਹਿੰਦੇ ਤੇਰੇ ਵਰਗਾ ਭੇਖੀ। ਹੁਣ ਇਹਨੇ ਇੰਨੇ ਤਰਲੇ ਮਾਰੇ ਉਸ ਭੇਖੀ ਸਾਧੂ ਨੂੰ ਕਿ ਇੱਕ ਵਾਰੀ ਬਾਹਰ ਆ ਜਾਓ, ਮੇਰੇ ਦਰਸ਼ਨ ਕਰ ਲਓ। ਭਾਈ ਤੀਰਥੇ ਨੇ ਇੱਕ ਵਾਰ ਵੀ ਬੂਹਾ ਨਹੀਂ ਖੋਲਿਆ। ਅੰਤ ਜਦੋਂ ਬਿਲਕੁਲ ਥੱਕ ਹਾਰ ਗਿਆ ਨਾ, ਤੇ ਉਸ ਸਾਧੂ ਨੇ ਕਿਹਾ, ਕਹਿੰਦੇ ਅੱਛਾ, ਕਹਿੰਦੇ ਤੁਹਾਡੇ ਅੰਦਰ ਦੀ ਦ੍ਰਿੜਤਾ ਬੜੀ, ਕਹਿੰਦੇ ਕਿਰਪਾ ਕਰਕੇ ਬਾਹਰ ਆਓ, ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਹੁਣ ਦੇਖੋ, ਅਸਲ ਦੇ ਵਿੱਚ ਗੱਲ ਇਹ ਹੈ ਕਿ ਦੁਨੀ ਵਜਾਈ ਵੱਜਦੀ, ਤੂੰ ਭੀ ਵੱਜੈ ਨਾਲ। ਜਦੋਂ ਸੰਸਾਰ ਇੱਕ ਪਾਸੜ ਹੋ ਜਾਂਦਾ ਨਾ, ਸਾਰਾ ਸੰਸਾਰ ਇੱਕ ਪਾਸੜ ਹੋ ਜਾਂਦਾ, ਅਸੀਂ ਕਹਿੰਦੇ ਇਹ ਠੀਕ ਹੀ ਹੋਵੇਗਾ, ਇਹ ਠੀਕ ਹੀ ਹੋਵੇਗਾ। ਸਾਰਾ ਸੰਸਾਰ ਝੂਠ ਬੋਲਦਾ, ਅਸੀਂ ਕਹਿੰਦੇ ਹਾਂ ਠੀਕ ਹੀ ਹੋਵੇਗਾ, ਕੋਈ ਗੱਲ ਨਹੀਂ, ਮਾੜੀ ਮੋਟਾ ਝੂਠ ਬੋਲ ਲੈਣਾ ਚਾਹੀਦਾ। ਸਾਰਾ ਸੰਸਾਰ ਠੱਗੀ ਕਰਦਾ, ਚੋਰੀਆਂ ਕਰਦਾ, ਅਸੀਂ ਕਹਿੰਦੇ ਹਾਂ ਕਰ ਲੈਣੀਆਂ ਚਾਹੀਦੀਆਂ ਮਾੜੀਆਂ ਮੋਟੀਆਂ, ਠੀਕ ਹੁੰਦਾ, ਬਿਜ਼ਨਸ ਸਭ ਚੱਲਦਾ। ਸਕੂਲ ਦੇ ਵਿੱਚ ਬੱਚੇ ਚੀਟਿੰਗ ਕਰਦੇ ਆ, ਸਾਰੇ ਹੀ ਕਰਦੇ ਨੇ, ਕੋਈ ਗੱਲ ਨਹੀਂ, ਮਾੜੀ ਮੋਟੀ ਕਰ ਲੈਣੀ ਚਾਹੀਦੀ ਹੈ। ਪਰ ਨਹੀਂ, ਇੱਕ ਪਾਸੇ ਜਦੋਂ ਸਾਰਾ ਸੰਸਾਰ ਹੁੰਦਾ, ਭਗਤ ਦੂਜੇ ਪਾਸੇ ਕੱਲਾ ਹੀ ਹੈ। ਪਰ ਉਸ ਭਗਤ ਦੇ ਹਿਰਦੇ ਦੀ ਦ੍ਰਿੜਤਾ ਇੰਨੀ ਹੈ ਕਿ ਪ੍ਰਵਾਨ ਉਹ ਕੱਲਾ ਹੀ ਹੁੰਦਾ, ਸਾਰਾ ਸੰਸਾਰ ਨਹੀਂ ਹੁੰਦਾ। ਫਿਰ ਜਿੱਦਾਂ ਆਪਾਂ ਬਚਨ ਪੜ੍ਹਦੇ ਹਾਂ, ਕਬੀਰ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਜੈ ਮਾਰਗ ਪੰਡਿਤ ਗਏ ਕਬੀਰ, ਜੈ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ। ਕਹਿੰਦੇ ਜਿਹੜੇ ਮਾਰਗ ਤੇ the so called intellects they walked upon that path, ਕਹਿੰਦੇ just look around, there's so many people that follow them। ਕਹਿੰਦੇ ਜਿਹੜੇ ਉਸ ਵੇਲੇ ਦੇ ਵਿਦਵਾਨ ਪੰਡਿਤ ਨੇ, ਜਿਹੜੇ ਝੂਠੇ ਨੇ, ਕਹਿੰਦੇ ਉਹਨਾਂ ਦੇ ਪਿੱਛੇ ਲੋਕ ਬਹੀਰਾਂ ਦੇ ਵਹੀਰ ਕੱਤ ਕੇ ਜਾਂਦੇ ਨੇ। ਝੂਠ ਜਿਹੜਾ ਉਹ ਬਹੁਤ ਪ੍ਰੋਪਗੇਟ ਹੁੰਦਾ ਹੈ। ਪਰ ਦੂਜੇ ਪਾਸੇ ਉਹਨਾਂ ਕਿਹਾ, ਇੱਕ ਅਵਕਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਕਹਿੰਦੇ I'm walking on the difficult path, the path that I'm all alone in, I don't have anybody to support me, I don't have anybody who's walking along with me, ਕੋਈ ਹੈ ਨਹੀਂ ਮੇਰੇ ਨਾਲ। ਪਰ ਫਿਰ ਵੀ ਉਹਨਾਂ ਕਿਹਾ ਮੈਂ ਤੁਰ ਰਿਹਾ, I'm walking, ਮੈਂ ਖੜਾ ਨਹੀਂ ਹਾਂ ਉਸ ਪਾਣੀ ਦੀ ਤਰ੍ਹਾਂ ਜਿੱਚੋਂ ਬਦਬੂ ਆਉਂਦੀ ਹੈ, I'm walking। ਅਗਾਹ ਕੂ ਤਰਾਂਗ, ਪਿੱਛਾ ਫੇਰ ਨਾ ਮੋੜੜਾ, ਮੈਂ ਮੁੜਦਾ ਨਹੀਂ ਵਾਪਸ, ਪਿੱਛੇ ਨਹੀਂ ਦੇਖਦਾ, I'm walking on the path of Guru Nanak, ਉਸ ਮਾਰਗ ਤੇ ਤੁਰ ਰਿਹਾ ਹੈ। ਪਿਆਰਿਓ, ਸੱਚੇ ਪਾਤਸ਼ਾਹ ਬਚਨ ਕਰਦੇ, ਕਹਿੰਦੇ ਦੇਖੋ ਇਸ ਸੰਸਾਰ ਨੂੰ ਜੇ ਤੁਸੀਂ ਪਾਰ ਲੰਘਣਾ ਤੇ ਇਦਾਂ ਜਪੋ ਜਿੱਦਾਂ ਦੋ ਭਗਤਾਂ ਨੇ ਜਪਿਆ। ਆਪਾਂ ਬਚਨ ਪੜ੍ਹਦੇ ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਉਹਨਾਂ ਕਿਹਾ, ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਕਹਿੰਦੇ ਏਦਾਂ ਜਪੋ। ਕਿੱਦਾਂ ਜਪਣਾ? ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਕਹਿੰਦੇ ਏਦਾਂ ਜਪਣਾ ਜਿੱਦਾਂ ਧਰੂ ਤੇ ਪ੍ਰਹਿਲਾਦ ਜਪਦੇ। ਹੁਣ ਆਪਾਂ ਉਦਾਹਰਨ ਦੇ ਤੌਰ ਤੇ, ਇਹਨਾਂ ਦੀ ਬਾਣੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਪਰ ਮਹਾਰਾਜ ਕਹਿੰਦੇ ਇਹਨਾਂ ਵਰਗਾ ਜਪਣਾ ਜਿੰਨਾ ਇਹਨਾਂ ਨੇ ਜਪਿਆ ਹੈ। ਨੋ ਜਸਟ ਸੀ, ਆਪਾਂ ਭਗਤ ਧਰੂ ਦੀ ਸਾਖੀ ਤੋਂ ਦੇਖੀਏ। ਉਹ ਭਗਤ ਧਰੂ 5.25 ਸਾਲ ਦਾ ਬਾਲਕ ਹੈ। ਰਿਆਸਤ ਦੇ ਵਿੱਚ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਰਾਜਾ ਨੇ। ਇੱਕ ਦਿਨ ਦਰਬਾਰ ਦੇ ਵਿੱਚ ਆਪਣੇ ਪਿਤਾ ਦੀ ਗੋਦ ਵਿੱਚ ਬੈਠਣ ਵਾਸਤੇ ਤੁਰਦੇ ਜਾਂਦੇ ਹੈ। ਜਦੋਂ ਜਾਂਦੇ ਹੈ ਤੇ ਉਹਨਾਂ ਦੀ ਜਿਹੜੀ ਮਤਰੇਈ ਮਾਂ, ਉਹਨਾਂ ਦੀ ਜਿਹੜੀ ਸਟੈਪ ਮਦਰ ਹੈ ਸੁਰੁਚੀ, ਉਹ ਚੁੱਕ ਕੇ ਉਹਨਾਂ ਨੇ ਥੱਲੇ ਹੇਠਾਂ ਸੁੱਟ ਦਿੰਦੀ ਕਿ ਨਹੀਂ, ਇਸ ਰਾਜ ਗੱਦੀ ਤੇ ਮੇਰਾ ਪੁੱਤਰ ਬੈਠੇਗਾ। ਰੋਂਦਾ ਰੋਂਦਾ ਧਰੂ ਆਪਣੀ ਅਸਲ ਮਾਂ ਸੁਨੀਤਾ ਕੋਲ ਜਾਂਦਾ ਤੇ ਮਾਂ ਨੂੰ ਕਹਿੰਦਾ ਮਾਂ, ਮੈਂ ਪਿਤਾ ਦੀ ਗੋਦ ਵਿੱਚ ਕਿਉਂ ਨਹੀਂ ਬੈਠ ਸਕਦਾ? ਉਹਦੀ ਮਾਂ ਕਹਿੰਦੀ ਹੈ
ਧਰੁਵ ਪੁੱਛਦਾ ਹੈ, ਮਾਂ ਮੈਂ ਉਸ ਗੱਦੀ ਤੇ ਕਿਉਂ ਨਹੀਂ ਬੈਠ ਸਕਦਾ, ਪਿਤਾ ਦੀ ਗੋਦ ਵਿੱਚ ਕਿਉਂ ਨਹੀਂ ਬੈਠ ਸਕਦਾ? ਤੇ ਉਹਦੀ ਮਾਂ ਕਹਿੰਦੀ ਪੁੱਤਰ ਇਸ ਕਰਕੇ ਨਹੀਂ ਬੈਠ ਸਕਦਾ ਕਿਉਂਕਿ ਤੂੰ ਰਾਜਾ ਨਹੀਂ, ਤੂੰ ਰਾਜਾ ਨਹੀਂ। ਤੇ ਉਹ ਇੱਕੋ ਗੱਲ ਪੁੱਛਦਾ, ਕਹਿੰਦਾ ਮਾਂ ਮੈਨੂੰ ਦੱਸੋ ਮੈਂ ਰਾਜਾ ਕਿਵੇਂ ਬਣਾਂਗਾ? How can I be the king? ਹੁਣ ਉਹਦੀ ਮਾਂ ਬਹੁਤ ਸਿਆਣੀ ਸੀ ਪਿਆਰਿਓ। ਭਗਤ ਦੀ ਮਾਂ ਨੇ, ਮਾਂ ਭਗਤ ਦੀ ਧਰੁਵ ਦੀ ਮਾਂ ਵਰਗੀ ਹੋਵੇ ਤਾਂ ਹੀ ਪੁੱਤਰ ਧਰੁਵ ਵਰਗਾ ਹੋ ਸਕਦਾ। ਉਹਦੀ ਮਾਂ ਨੇ ਬਚਨ ਕਿਹਾ, ਕਹਿੰਦੇ ਪੁੱਤਰ ਤੂੰ ਭਗਤੀ ਕਰ ਤੈਨੂੰ ਰਾਜ ਮਿਲੇਗਾ। ਹੁਣ ਉਸ ਭਗਤ ਨੇ ਆਰੰਭ ਕੀਤੀ ਭਗਤੀ, ਘਰੋਂ ਘਰ ਛੱਡ ਦਿੱਤਾ, ਜੰਗਲਾਂ ਦੇ ਵਿੱਚ ਜਾਣ ਲੱਗੇ। ਜਦੋਂ ਜਾਣ ਲੱਗੇ ਪਿਤਾ ਨੇ ਆਵਾਜ਼ ਮਾਰੀ, ਕਹਿੰਦੇ ਪੁੱਤਰ ਆ ਤੈਨੂੰ ਰਾਜ ਭਾਗ ਦਿੰਨੇ, ਅੱਧੀ ਰਿਆਸਤ ਤੇਰੇ ਨਾਮ ਕਰ ਦੇ। ਹੁਣ ਉਸ ਭਗਤ ਦੇ ਹਿਰਦੇ ਦੀ ਦ੍ਰਿੜਤਾ ਦੇਖੋ, ਉਹਨੇ ਇਹ ਨਹੀਂ ਕਿਹਾ ਕਿ ਚਲੋ ਅੱਧਾ ਕੁ ਰਾਜ ਮਿਲ ਗਿਆ, ਕੋਈ ਨਹੀਂ ਆ ਕੇ ਰਾਜ ਕਰਾਂਗੇ। ਉਹਨੇ ਇੱਕੋ ਗੱਲ ਕਹੀ, ਕਹਿੰਦੇ ਦੇਖੋ ਹਾਲੇ ਤੇ ਸਿਰਫ ਸੰਕਲਪ ਕੀਤਾ ਭਗਤੀ ਕਰਨ ਦਾ ਤੇ ਅੱਧਾ ਰਾਜ ਭਾਗ ਮਿਲ ਗਿਆ, ਜਦੋਂ ਭਗਤੀ ਕਰਾਂਗੇ ਤੇ ਕੀ ਹੋਵੇਗਾ? ਘਰ ਵਾਪਸ ਨਹੀਂ ਆਏ, ਭਗਤੀ ਕੀਤੀ, ਸਮਾਂ ਬਣਿਆ, ਪ੍ਰਮਾਤਮਾ ਨੇ ਦਰਸ਼ਨ ਦਿੱਤੇ, ਪੁੱਛਿਆ ਤੈਨੂੰ ਕੀ ਚਾਹੀਦਾ, ਤੈਨੂੰ ਰਾਜਾ ਬਣਾ ਦਿੰਨੇ। ਪਰ ਉੱਥੇ ਭਗਤ ਨੇ ਬਚਨ ਕਿਹਾ, ਕਹਿੰਦੇ ਨਹੀਂ, ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੀ, ਕਹਿੰਦੇ ਤੇਰੀ ਪ੍ਰੀਤੀ ਚਾਹੀਦੀ ਹੈ, ਤੇਰਾ ਪ੍ਰੇਮ ਚਾਹੀਦਾ। ਬੜੀ ਵੱਡੀ ਗੱਲ ਹੈ ਪਿਆਰਿਓ, ਪ੍ਰੇਮ ਦੇ ਵਾਸਤੇ ਦੁਨੀਆ ਦੇ ਸੁੱਖ ਕੁਰਬਾਨ ਕਰਦੇ ਨੇ। ਉਸ ਪਿਆਰੀ ਨੂੰ ਮਿਲਣ ਵਿੱਚ ਜੋ ਰਸ ਹੈ, ਉਹ ਰਸ ਇਹਨਾਂ ਸੁੱਖਾਂ ਵਿੱਚ, ਸੰਸਾਰੀ ਸੁੱਖਾਂ ਵਿੱਚ ਨਹੀਂ। ਤੇ ਸੱਚੇ ਪਾਤਸ਼ਾਹ ਬਚਨ ਕਰਦੇ ਕਿ ਉਸ ਭਗਤ ਦੇ ਹਿਰਦੇ ਦੀ ਦ੍ਰਿੜਤਾ ਤੋਂ ਸਾਨੂੰ ਸਿੱਖਣਾ ਚਾਹੀਦਾ। ਦੂਜੇ ਪਾਸੇ ਪ੍ਰਹਿਲਾਦ ਹੈ, ਨਿੱਕਾ ਬੱਚਾ, ਪਰ ਉਹਦਾ ਪਿਤਾ ਕਹਿੰਦਾ ਹਰਨਾਕਸ਼ ਕਿ ਤੂੰ ਮੈਨੂੰ ਜਪ, ਮੈਂ ਪ੍ਰਮਾਤਮਾ ਤੈਨੂੰ ਭੋਜਨ ਮੈਂ ਦਿੰਨਾ, ਤੂੰ ਜਪ ਹੀ ਹਾਂ ਹਰਨਾਕਸ਼ ਹਾਂ ਹਰਨਾਕਸ਼। ਪਰ ਉਸ ਭਗਤ ਦੇ ਹਿਰਦੇ ਦੀ ਦ੍ਰਿੜਤਾ, ਕਹਿੰਦੇ ਨਹੀਂ, ਮੈਂ ਉਸ ਪਿਆਰੇ ਪ੍ਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਦੇ ਅੱਗੇ ਸੀਸ ਨਹੀਂ ਨਿਵਾ ਸਕਦਾ। ਹਾਂ ਸਤਿਕਾਰ ਵਜੋਂ ਤੁਸੀਂ ਪਿਤਾ ਹੋ, ਤੁਹਾਡੇ ਅੱਗੇ ਪਿਤਾ ਵਜੋਂ ਸੀਸ ਨਿਵਾਵਾਂਗਾ, ਪਰ ਤੁਸੀਂ ਪ੍ਰਮਾਤਮਾ ਨਹੀਂ। ਫਿਰ ਉਹਨੇ ਬਚਨ ਕਿਹਾ, ਉਹਨਾਂ ਦੇ ਜਿਹੜੇ ਅਧਿਆਪਕ ਸੀ ਸੰਡਾ ਤੇ ਮਰਕਾ, ਟੀਚਰ ਸੀਗੇ, ਵੱਡੇ ਸੀ, ਉਹਨਾਂ ਨੇ ਕਿਹਾ ਤੂੰ ਆਪਣੇ ਪਿਤਾ ਨੂੰ ਰੱਬ ਮੰਨ। ਪ੍ਰਹਿਲਾਦ ਨੇ ਮਨਾ ਕਰ ਦਿੱਤਾ। ਰਿਆਸਤ ਦੇ ਲੋਕ ਇਕੱਠੇ ਹੋਏ, ਉਹਨਾਂ ਜਾ ਕੇ ਪ੍ਰਹਿਲਾਦ ਨੂੰ ਕਿਹਾ, ਮਨਾ ਕਰ ਦਿੱਤਾ। ਇੱਥੋਂ ਤੱਕ ਉਹਨਾਂ ਦੇ ਮਿੱਤਰਾਂ ਨੇ ਕਿਹਾ, ਨਹੀਂ ਮੰਨਿਆ ਪ੍ਰਹਿਲਾਦ। ਇੱਥੋਂ ਤੱਕ ਜਿਸ ਮਾਂ ਨੇ ਆਪਣੇ ਗਰਭ ਚੋਂ ਪੈਦਾ ਕੀਤਾ, ਉਸ ਮਾਂ ਨੇ ਪ੍ਰਹਿਲਾਦ ਨੂੰ ਕਿਹਾ, ਪੁੱਤਰ ਜੇ ਤੂੰ ਜਿਉਂਦਾ ਰਹਿਣਾ ਚਾਹੁੰਦਾ ਤੇ ਇੱਕ ਕੰਮ ਕਰ, ਉਸ ਨਾਰਾਇਣ ਪਰਮਾਤਮਾ ਨੂੰ ਛੱਡ ਕੇ ਆਪਣੇ ਪਿਤਾ ਨੂੰ ਨਾਰਾਇਣ ਪਰਮਾਤਮਾ ਰੱਬ ਮੰਨਣਾ ਸ਼ੁਰੂ ਕਰ। ਪਰ ਉਸ ਪ੍ਰਹਿਲਾਦ ਦੇ ਹਿਰਦੇ ਦੀ ਦ੍ਰਿੜਤਾ ਦੇਖੋ, ਸੱਚੇ ਪਾਤਸ਼ਾਹ ਬਚਨ ਕਰਦੇ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਗੁਰਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਦੇਖੋ ਉਸ ਭਗਤ ਦੇ ਹਿਰਦੇ ਦੀ ਦ੍ਰਿੜਤਾ। ਸਾਡੇ ਇਤਿਹਾਸ ਚ ਆਉਂਦਾ, ਪ੍ਰਹਿਲਾਦ ਨੂੰ ਪਹਾੜ ਤੋਂ ਥੱਲੇ ਸੁੱਟਿਆ, ਪ੍ਰਹਿਲਾਦ ਡਰਿਆ ਨਹੀਂ। ਉਹਨੂੰ ਪਾਣੀ ਚ ਡੋਬਣ ਦਾ ਯਤਨ ਕੀਤਾ, ਪ੍ਰਹਿਲਾਦ ਡਰਿਆ ਨਹੀਂ। ਉਹਨੂੰ ਅੱਗ ਚ ਸਾੜਨ ਦਾ ਯਤਨ ਕੀਤਾ, ਪ੍ਰਹਿਲਾਦ ਡਰਿਆ ਨਹੀਂ। ਇੱਥੋਂ ਤੱਕ ਗੁਰੂ ਅਰਜਨ ਸਾਹਿਬ ਕਹਿੰਦੇ ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਉਹਨੂੰ ਨਿੱਕੇ ਜਿਹੇ ਇੱਕ ਕੋਠੇ ਵਿੱਚ ਬੰਦ ਕਰ ਦਿੱਤਾ, ਕਮਰੇ ਦੇ ਵਿੱਚ, ਹਨੇਰੇ ਕਮਰੇ ਦੇ ਵਿੱਚ, ਬਾਹਰ ਦੀਆ ਤਾਲਾ, ਬਾਹਰੋਂ ਤਾਲਾ ਲਾ ਦਿੱਤਾ। ਕੁਝ ਖਾਣ ਵਾਸਤੇ ਨਹੀਂ, ਕੁਝ ਪਾਉਣ ਵਾਸਤੇ ਨਹੀਂ, ਕੁਝ ਪਾਣੀ ਦਾ ਘੁੱਟ ਨਹੀਂ। ਪਰ ਸੱਚੇ ਪਾਤਸ਼ਾਹ ਬਚਨ ਕਰਦੇ, ਨਿਰਭਉ ਬਾਲਕ ਮੂਲ ਨਾ ਡਰਈ, ਮੇਰੇ ਅੰਦਰ ਗੁਰ ਗੋਪਾਲਾ। ਕਹਿੰਦੇ ਉਹ ਪਿਆਰਾ ਡਰਿਆ ਨਹੀਂ, ਕਿਉਂ? ਕਿਉਂਕਿ ਉਹਦੇ ਅੰਦਰ ਉਸ ਭਗਤੀ ਦੀ ਬਖਸ਼ਿਸ਼ ਸਦਕਾ ਨਿਰਭੈਤਾ ਆ ਗਈ ਸੀ। ਭੈ ਨਹੀਂ ਰਿਹਾ, ਹੁਣ ਮੁੱਕ ਗਿਆ ਭੈ, ਹੁਣ ਸੰਸਾਰ ਦੀ ਬੋਲੀ ਨਹੀਂ ਬੋਲਦਾ ਕੋਈ। ਮਾਂ ਕਹਿੰਦੀ ਹੈ ਪੁੱਤਰ ਛੱਡ ਦੇ ਪਰਮਾਤਮਾ ਦਾ ਨਾਮ ਜਪਣਾ, ਆਪਣੇ ਪਿਤਾ ਨੂੰ ਰੱਬ ਕਹਿ। ਪਰ ਉਹ ਪ੍ਰਹਿਲਾਦ ਕਹਿੰਦਾ ਰਾਮ ਨਾਮ ਨਾ ਛੋਡੋ ਗੁਰ ਦੀਆ ਬੁਝਾਏ, ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ। ਪਿਆਰਿਓ, ਇਹ ਦ੍ਰਿੜਤਾ ਉਸ ਭਗਤ ਤੇ ਜੀਵਨ ਤੋਂ ਸਾਨੂੰ ਸਿੱਖਣੀ ਪੈਣੀ ਹੈ। ਸਾਨੂੰ ਇੱਕ ਪਾਸੜ ਹੋਣਾ ਪਏਗਾ, we have to decide what we need to do in life. Either ਆਪਾਂ ਦੋ ਨਾਵਾਂ ਤੇ ਸਵਾਰ ਨਹੀਂ ਹੋ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਬਈ ਅਸੀਂ ਇੱਕ ਪਾਸੇ ਗੁਰਬਾਣੀ ਵੀ ਸੁਣੀਏ, ਦੂਜੇ ਪਾਸੇ ਮਾੜੇ ਗੰਦੇ ਗੀਤ ਵੀ ਸੁਣੀਏ। ਅਸੀਂ ਇਹ ਨਹੀਂ ਕਹਿ ਸਕਦੇ
ਕਿ ਅਸੀਂ ਇੱਕ ਪਾਸੇ ਗੁਰੂ ਘਰ ਵੀ ਜਾਈਏ, ਦੂਜੇ ਪਾਸੇ ਅਸੀਂ ਕਲੱਬਾਂ ਦੇ ਵਿੱਚ ਮਾੜੀਆਂ ਥਾਵਾਂ ਤੇ ਵੀ ਜਾਈਏ। ਇੱਕ ਪਾਸੇ ਅਸੀਂ ਗੁਰੂ ਕੇ ਦਿੱਤੇ ਕਕਾਰ ਵੀ ਧਾਰਨ ਕਰੀਏ, ਦੂਜੇ ਪਾਸੇ ਅਸੀਂ ਧਾਗੇ ਤਵੀਤਾਂ ਵੀ ਪਾਈ ਜਾਈਏ। ਇੱਕ ਪਾਸੇ ਅਸੀਂ ਕੇਸ ਵੀ ਰੱਖੀਏ, ਦੂਜੇ ਪਾਸੇ ਕਹੀਏ ਆਈਬ੍ਰੋ ਬਣਵਾ ਲਈਏ, ਹੱਥਾਂ ਦੇ ਕੇਸ ਆਪਾਂ there's so many things, tattoos ਬਣਵਾ ਲਈਏ, there's so many things that we need to realize ਕਿ ਆਪਾਂ ਦੋ ਨਾਵਾਂ ਤੇ ਸਵਾਰ ਆ, ਤੇ ਦੋ ਨਾਵਾਂ ਤੇ ਸਵਾਰ ਬੰਦੇ ਨੂੰ ਕਦੇ ਮੰਜ਼ਿਲ ਨਹੀਂ ਮਿਲਦੀ। ਇੱਕ ਪਾਸਣ ਹੋਣਾ ਪਵੇਗਾ, ਜਾਂ ਤੇ ਬਿਲਕੁਲ ਸੰਸਾਰੀ ਹੋ ਜਾਈਏ, ਛੱਡ ਦੇਈਏ ਸਭ ਕੁਝ, ਪਰ ਇਹ ਛੱਡੀਆਂ ਗੱਲ ਬਣਨੀ ਨਹੀਂ। ਪਰ ਜੇਕਰ ਕੇਵਲ ਗੁਰੂ ਦਾ ਲੜ ਫੜਿਆ ਨਾ, ਤੇ ਗੁਰੂ ਬੜੀਆਂ ਬਖਸ਼ਿਸ਼ਾਂ ਦਿੰਦਾ। ਸੱਚੇ ਪਾਤਸ਼ਾਹ ਬਚਨ ਕਰਦੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ। ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਭਲਾ ਕਰਕੇ ਮੰਨਣਾ, ਉਹਨੂੰ ਸੱਤ ਕਰਕੇ ਮੰਨਣਾ। ਹੁਣ ਇੱਥੇ ਇਹ ਨਹੀਂ ਕਿ ਆਪਾਂ ਵੀ ਕੈਨੋਟ ਬੀ ਸਿਲੈਕਟਿਵ ਇਨ ਸੇਇੰਗ ਕਿ ਨਹੀਂ ਗੁਰੂ ਸਾਹਿਬ ਜੀ ਮੈਂ ਸੇਵਾ ਕਰਨੀ ਆ, ਪਰ ਸੇਵਾ ਮੈਂ ਲੰਗਰਾਂ 'ਚ ਹੀ ਕਰਨੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਮੈਂ ਸੇਵਾ ਕਰਨੀ, ਪਰ ਸੇਵਾ ਮੈਂ ਉੱਥੇ ਹੀ ਕਰਨੀ ਜਿੱਥੇ ਮੈਂ ਚਾਹੁੰਦਾ। ਸੇਵਾ ਮੈਂ ਕਰਨੀ, ਪਰ ਮੈਂ ਤੇ ਕੀਰਤਨ ਕਰਨਾ ਵਾਜੇ ਦੇ ਉੱਪਰ ਹੀ ਬਹਿ ਕੇ ਸੈਂਟਰ ਦੇ ਵਿੱਚ ਹੀ ਬਹਿਣਾ, ਮੈਂ ਪਿੱਛੇ ਨਹੀਂ ਬਹਿਣਾ। ਮੈਂ ਸੇਵਾ ਕਰਨੀ, ਪਰ ਮੈਂ ਜੋੜੇ ਦੇ ਵਿੱਚ ਹੀ ਕਰਨੀ ਸੇਵਾ। ਨਹੀਂ, ਜਿਹੜਾ ਨੌਕਰ ਹੁੰਦਾ ਉਹ ਇਹ ਨਹੀਂ ਕਹਿੰਦਾ ਆਹੀ ਮੈਂ ਕਰਨਾ। ਨਹੀਂ, ਅਸੀਂ ਨੌਕਰ ਹਾਂ, ਮੈਂ ਲਾਲੇ ਗੋਲੇ ਗੁਰਸਿੱਖਾਂ ਕੇ। ਅਸੀਂ ਤੇ ਗੁਰਸਿੱਖਾਂ ਦੇ ਗੁਲਾਮ ਆ, ਤੇ ਜਿਹੜਾ ਗੁਲਾਮ ਹੁੰਦਾ ਉਹਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ। ਤੁਸੀਂ ਦੇਖੋ ਮਿਸਰ ਦੇ ਵਿੱਚ ਇੱਕ ਕਹਾਣੀ ਬੜੀ ਪ੍ਰਚਲਿਤ ਹੈ। ਮਿਸਰ ਦੇ ਵਿੱਚ ਗੁਲਾਮ ਖਰੀਦੇ ਵੇਚੇ ਜਾਂਦੇ ਸੀ। ਜਦੋਂ ਗੁਲਾਮ ਮਾਲਕ ਨੇ ਖਰੀਦਿਆ, ਉਹਨੇ ਇੱਕੋ ਗੱਲ, ਉਹਨੇ 3 ਸਵਾਲ ਪੁੱਛੇ ਉਹਨੂੰ ਕਿਹਾ ਕਿ ਮੈਨੂੰ ਦੱਸ, ਗੁਲਾਮ ਨੂੰ ਬੁਲਾਇਆ ਤੇ ਉਹਨੇ ਕਿਹਾ ਗੁਲਾਮ ਮੈਨੂੰ ਦੱਸ ਤੂੰ ਕੀ ਖਾਵੇਂਗਾ, ਤੈਨੂੰ ਜੋ ਚਾਹੀਦਾ ਮੈਂ ਤੈਨੂੰ ਉਹ ਦੇਣਾ ਖਾਣ ਵਾਸਤੇ। ਉਸ ਗੁਲਾਮ ਨੇ ਹੱਥ ਜੋੜੇ ਤੇ ਆਪਣੇ ਮਾਲਕ ਨੂੰ ਕਿਹਾ, ਕਹਿੰਦੇ ਮਾਲਕ ਜੀ, ਕਹਿੰਦੇ ਮੇਰੀ ਕੋਈ ਇੱਛਾ ਨਹੀਂ ਖਾਣ ਦੀ, ਜੋ ਤੁਸੀਂ ਖਵਾ ਦਿਓਗੇ ਮੈਂ ਖਾ ਲਵਾਂਗਾ। ਦੇਖੋ ਇਹ ਹੁੰਦਾ ਗੁਲਾਮ। ਦੂਜਾ ਬਚਨ ਉਹਨੇ ਪੁੱਛਿਆ, ਕਹਿੰਦੇ ਅੱਛਾ ਮੈਨੂੰ ਦੱਸ ਤੂੰ ਕੀ ਪਾਵੇਂਗਾ, ਜਿਹੜੇ ਕੱਪੜੇ ਤੈਨੂੰ ਚਾਹੀਦੇ ਹੈ ਇਹ ਉਦਾਂ ਦੇ ਕੱਪੜੇ ਤੈਨੂੰ ਲਿਆ ਕੇ ਦਿੰਦੇ ਆ, ਤੂੰ ਉਦਾਂ ਦੇ ਕੱਪੜੇ ਪਾਈ। ਉਹਨੇ ਇੱਕੋ ਗੱਲ ਕਹੀ, ਕਹਿੰਦੇ ਨਹੀਂ, ਕਹਿੰਦੇ ਮਾਲਕ ਤੂੰ ਜੋ ਤਨ ਤੇ ਢੱਕਣ ਵਾਸਤੇ ਕੱਪੜਾ ਦੇ ਦੇਗਾ ਉਹ ਮੇਰੇ ਵਾਸਤੇ ਚੰਗਾ ਹੀ ਹੈ। ਤੀਜੀ ਗੱਲ ਉਹਨੇ ਬਚਨ ਕਿਹਾ, ਮਾਲਕ ਨੇ ਪੁੱਛਿਆ, ਕਹਿੰਦੇ ਮੈਨੂੰ ਦੱਸ, ਮੇਰਾ ਜੀ ਕਰਦਾ ਹੈ ਮੈਂ ਤੈਨੂੰ ਉਸ ਨਾਮ ਨਾਲ ਬੁਲਾਵਾਂ ਜਿਹੜਾ ਨਾਮ ਤੂੰ ਮੈਨੂੰ ਦਵੇਂ। ਤੂੰ ਮੈਨੂੰ ਦੱਸ ਤੇਰਾ ਨਾਮ ਕੀ ਹੈ, ਕੀ ਨਾਮ ਹੈ, ਤੈਨੂੰ ਉਸੇ ਨਾਮ ਤੋਂ ਬੁਲਾਵਾਂਗਾ। ਉਹ ਗੁਲਾਮ ਅੱਗੋਂ ਇੱਕ ਬੜਾ ਪਿਆਰਾ ਦਾ ਜਵਾਬ ਦਿੰਦਾ, ਉਹ ਕਹਿੰਦੇ ਗੁਲਾਮ ਦਾ ਨਾਮ ਨਹੀਂ ਹੁੰਦਾ, ਕਹਿੰਦੇ ਜਿਹੜੇ ਨਾਮ ਨਾਲ ਮਾਲਕ ਬੁਲਾਉਣਾ ਚਾਹੁੰਦਾ ਗੁਲਾਮ ਉਸੇ ਨਾਮ ਨਾਲ ਬੋਲਦਾ, ਉਹੀ ਨਾਮ ਉਹਦਾ ਹੁੰਦਾ। ਸੋ ਪਿਆਰਿਓ, we cannot decide, we cannot be selective in terms of saying ਕਿ ਨਹੀਂ ਮਹਾਰਾਜ ਮੈਨੂੰ ਦੱਸੋ। ਆਪਾਂ ਅਮੂਮਨ ਤੌਰ ਤੇ ਸਵਾਲ ਪੁੱਛਦੇ ਨਾ ਕਿ ਭਾਈ ਸਾਹਿਬ ਜੀ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਹੋਰ ਦੱਸੋ ਕਿ ਹੋਰ ਕੀ ਕਰ ਸਕਦੇ, ਨਿਤਨੇਮ ਨਹੀਂ ਹੁੰਦਾ, ਹੋਰ ਦੱਸੋ ਹੋਰ ਕੀ ਕਰ ਸਕਦੇ, ਗੁਰੂ ਘਰ ਦਰਸ਼ਨ ਨਹੀਂ ਕਰਨ ਜਾ ਸਕਦੇ, ਹੋਰ ਦੱਸੋ ਹੋਰ ਕੀ ਕਰ ਸਕਦੇ। ਇਹ ਜਿਹੜੀ ਹੋਰ ਦੀ ਬਿਰਤੀ ਹੈ ਨਾ, ਕਿ ਕੋਈ ਸੌਖਾ ਜਿਹਾ ਮਾਰਗ ਮਿਲ ਜਾਵੇ, ਕੋਈ ਈਜ਼ੀ ਜਿਹਾ ਆਲਟਰਨੇਟਿਵ ਮਿਲ ਜਾਵੇ, ਬਈ ਆ ਇਹ ਤੇ ਚੀਜ਼ਾਂ ਮੇਰੇ ਤੋਂ ਹੁੰਦੀਆਂ ਨਹੀਂ ਗੀਆਂ, ਹੋਰ ਕੁਝ ਹੈ ਛੋਟਾ ਤਰੀਕਾ, ਕੁਝ ਈਜ਼ੀ ਚੀਜ਼, ਕੋਈ ਏਦਾਂ ਦੀ ਚੀਜ਼ ਆਪਾਂ ਕਰ ਲਈਏ ਜਿੰਨਾ ਚੀਜ਼ਾਂ ਸੌਖੀਆਂ ਹੋ ਜਾਂਦੀਆਂ। ਸੋ ਇਹ ਬੜਾ ਸੌਖਾ ਮਾਰਗ ਹੈ ਨਹੀਂਗਾ, ਸਾਨੂੰ ਚੀਜ਼ਾਂ ਕਰਨੀਆਂ ਪੈਣਗੀਆਂ। ਜੋ ਗੁਰ ਕਹੇ ਸੋਈ ਭਲ ਮੰਨੋ, whatever the guru says you have to believe in that. if guru says get up in the morning, ਗੁਰ ਸਤਿਗੁਰ ਕਾ ਜੋ ਸਿੱਖ ਖਾਈ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਬਿਕ ਦੋਖ ਪਾਪ ਲਹਿ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ ਪਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। Believe in that system that Guru created. Trust the Guru is the basic thing that we need to do. ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਇਹ ਚੀਜ਼ਾਂ ਤੇ ਮੈਂ ਮੰਨਦਾ, ਹੁਣ ਇਹ ਚੀਜ਼ਾਂ ਮੇਰੇ ਤੋਂ ਮੰਨੀਆਂ ਨਹੀਂ ਜਾਂਦੀਆਂ, ਕਿਉਂ ਹੋਰ ਕਿਸੇ ਗੁਰੂ ਨੇ ਕਹੀਆਂ, ਉਹ ਵੀ ਗੁਰੂ ਨੇ ਕਹੀਆਂ ਨਾ, ਜਿਹੜੀਆਂ ਗੁਰੂ ਸਾਹਿਬ ਜੀ ਨੇ ਗੱਲ ਕਹਿ ਦਿੱਤੀਆਂ ਉਹਨੂੰ ਸੱਤ ਕਰ ਮੰਨ, ਜਿਨ ਸਤਿਗੁਰ ਕੀ ਆਗਿਆ ਸੱਤ ਕਰ ਮੰਨ।
ਕਿ ਗੁਰੂ ਕੀ ਅੱਗੇ ਸਤ ਬਚਨ ਬਿਰਤੀ ਲੈ ਕੇ ਇਸ ਜੀਵਨ ਨੂੰ ਜਿਉਣ ਦਾ ਤਰੀਕਾ ਗੁਰਮਤਿ ਤੋਂ ਲੈਣਾ, ਗੁਰੂ ਦੀ ਬਖਸ਼ਿਸ਼ ਤੋਂ ਲੈਣਾ, ਗੁਰੂ ਦੀ ਮੱਤ ਤੋਂ ਲੈਣਾ, ਇਹ ਸਾਡੇ ਜੀਵਨ ਵਿੱਚ ਸਿਧਾਂਤ ਹੋਣੇ ਚਾਹੀਦੇ ਹਨ। ਸੋ ਸਮਾਂ ਸਾਡਾ ਇੱਥੇ ਸਮਾਪਤ ਹੈ। ਅੱਜ ਵਿਚਾਰ ਕਰਦੀਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਜੇਕਰ ਸਮਾਂ ਸਾਡੇ ਕੋਲ ਹੈ ਤੇ ਜੇਕਰ ਆਪ ਜੀ ਦੇ ਕੋਲ ਕੋਈ ਸਵਾਲ ਨੇ ਤੇ ਆਪਾਂ ਉਹ ਕੁਐਸਚਨਸ ਲੈ ਸਕਦੇ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਪ ਜੀ ਦਾ ਨਿੱਕਾ ਜਿਹਾ ਬੱਚਾ ਆ, ਕੋਈ ਭੁੱਲ ਗਲਤੀ ਹੋਏ ਤੇ ਖਿਮਾ ਕਰ ਦਿਓ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।